ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਤੁਖਾਰੀ ਰਾਗ ਦੇ 12 ਮਾਹ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ, ਉਹਦੀ ਵਿਚਾਰ ਕਰਨੀ ਹੈ। ਮੁੱਢਲੀਆਂ ਵਿਚਾਰਾਂ ਤੋਂ ਬਾਅਦ ਇੱਕ ਅੰਕ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ ਬਵੀਹਾ ਪ੍ਰਿਓ ਬੋਲੇ ਕੋਕਿਲ ਬਾਣੀਆਂ, ਸਾਤਨ ਸਭ ਰਸ ਚੋਲੇ ਅੰਕ ਸਮਾਣੀਆਂ। ਤੋ ਇੱਥੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। ਇਹ ਵਿਚਾਰ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੂਲ ਮੰਤਰ ਦਾ ਜਾਪ ਕਰਕੇ ਉਸ ਤੋਂ ਬਾਅਦ ਅੱਜ ਦੀ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਤੁਖਾਰੀ ਰਾਗ ਅੰਦਰ ਦਰਜ 12 ਮਾਹ ਬਾਣੀ ਦੀ ਅਸੀਂ ਵਿਚਾਰ ਆਰੰਭ ਕੀਤੀ ਹੋਈ ਹੈ, ਜੋ ਕਿ ਛੰਤਾਂ ਦੇ ਰੂਪ ਵਿੱਚ ਹੈ। ਇਸ ਸ਼ਬਦ ਦੇ ਕੁੱਲ 17 ਪਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਤੇ ਤੁਖਾਰੀ ਰਾਗ ਦਾ ਇਹ ਪਹਿਲਾ ਹੀ ਸ਼ਬਦ ਹੈ 12 ਮਾਹ ਦਾ, ਜਿਹਦੇ ਵਿੱਚ ਸੰਖੇਪ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਸਦੀਵ ਸੱਚਾ ਹੈ ਤੇ ਗੁਰੂ ਜੀ ਦੀ ਮਿਹਰਾਮਤ ਦੇ ਸਦਕਾ ਪ੍ਰਾਪਤ ਹੁੰਦਾ ਹੈ। ਜਿਵੇਂ ਅਸੀਂ ਕਲਾਸ ਦੀ ਸ਼ੁਰੂਆਤ ਦੇ ਵਿੱਚ ਮੰਗਲਾਚਰਨ ਦਾ ਪਾਠ ਕਰਦੇ ਹਾਂ, ਇਹਦਾ ਮਤਲਬ ਵੀ ਇਹ ਹੈ ਕਿ ਜਿਹੜੀ ਇਹ ਵਿਚਾਰ ਆਰੰਭ ਹੋਣ ਜਾ ਰਹੀ ਹੈ, ਇਹਦੇ ਵਿੱਚ ਅਸੀਂ ਜਿਸ ਰੱਬ ਦੀ ਗੱਲ ਕਰ ਰਹੇ ਹਾਂ ਉਹ ਕੀ ਹੈ। ਉਹ ਕਿਤੇ ਅਸਮਾਨਾਂ 'ਚ ਬੈਠਾ ਹੋਇਆ ਨਹੀਂ ਹੈ, ਉਹ ਕਿਤੇ ਪਤਾਲ 'ਚ ਨਹੀਂ ਹੈ, ਕਿਤੇ ਵੱਖਰਾ ਉਹਨੇ ਆਪਣਾ ਦਰਬਾਰ ਨਹੀਂ ਸਜਾ ਕੇ ਰੱਖਿਆ ਹੋਇਆ। ਅਸੀਂ ਉਸ ਪ੍ਰਭੂ ਦੇ ਨਾਲ ਜੁੜਨ ਜਾ ਰਹੇ ਹਾਂ ਜਿਸ ਪ੍ਰਭੂ ਦੇ ਇਹ 8 ਪ੍ਰਮੁੱਖ ਗੁਣ ਹਨ ਕਿ ਉਹ ਇੱਕ ਹੁੰਦਿਆਂ ਜ਼ਰੇ ਜ਼ਰੇ ਕੜਕਣ 'ਚ ਵਿਆਪ ਰਿਹਾ ਹੈ। ਕਬੀਰ ਕਾ ਸਵਾਮੀ ਰਿਹਾ ਸਮਾਏ ਉਹ ਵਾਲਾ, ਤੇ ਦੂਸਰਾ ਉਹਦਾ ਨਾਮ ਸਦੀਵੀ ਸੱਚਾ ਹੈ। ਉਹ ਸੱਚ ਹੈ, ਇਹ ਸੱਚ ਸਭਨਾ ਦਾ ਖਸਮ ਹੈ, ਸਭ ਨੂੰ ਪੈਦਾ ਕਰਕੇ ਵਿੱਚ ਹੀ ਸਮਾਇਆ ਹੋਇਆ, ਆਪਣੀ ਕਿਰਤ ਤੋਂ ਅਲੱਗ ਨਹੀਂ ਹੈ ਕਰਤਾ, ਕਿਰਤ ਵਿੱਚ ਹੀ ਸਮਾਇਆ ਹੋਇਆ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਔਰ ਉਸ ਪ੍ਰਭੂ ਦਾ ਗੁਣ ਹੈ ਡਰ ਤੋਂ ਰਹਿਤ ਹੈ ਉਹ, ਉਹਨੂੰ ਕੋਈ ਡਰਾ ਨਹੀਂ ਸਕਦਾ ਤੇ ਡਰਾ ਕੇ ਆਪਣੇ ਅਧੀਨ ਨਹੀਂ ਕਰ ਸਕਦਾ। ਰੱਬੀ ਜਿੰਨੇ ਨਿਯਮ ਨੇ ਸਾਰੇ ਨਿਰਭਉ ਨੇ, ਉਹਨਾਂ ਨਿਯਮਾਂ ਨੂੰ ਡਰਾ ਕੇ ਜਾਂ ਕਿਸੇ ਤਰ੍ਹਾਂ ਖਰੀਦ ਕੇ ਅਸੀਂ ਆਪਣੇ ਮੁਤਾਬਕ ਨਹੀਂ ਚਲਾ ਸਕਦੇ। ਤੇ ਉਹ ਨਿਰਵੈਰ ਵੀ ਨੇ। ਉਹ ਰੱਬੀ ਨਿਯਮ ਜਿਹੜੇ ਨੇ, ਪ੍ਰਭੂ ਜਿਹੜਾ ਨਿਰਵੈਰ ਵੀ ਹੈ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਰੱਬੀ ਨਿਯਮਾਂ ਦੀ ਵੀ ਕਿਸੇ ਨਾਲ ਦੁਸ਼ਮਣੀ ਨਹੀਂ। ਅਮੀਰ ਗਰੀਬ ਲਈ ਬਰਾਬਰ ਨੇ, ਸੂਰਜ ਦੀ ਧੁੱਪ, ਵਰਖਾ, ਪਾਣੀ, ਹਵਾ ਇਤਿਆਦਿ ਸਭ ਕੁਝ ਸਭ ਲਈ ਬਰਾਬਰ ਹੈ। ਔਰ ਉਹ ਜਿਹੜਾ ਪ੍ਰਭੂ ਹੈ ਕਾਲ ਤੋਂ ਰਹਿਤ ਤੇ ਸਮੇਂ ਤੋਂ ਪਰੇ ਹੈ, ਉਹਦੇ ਸਮੇਂ ਦੀ ਵੀ ਸੀਮਾ ਨਹੀਂ ਹੈ, ਸदैव ਹੈ। ਇਸ ਤੋਂ ਇਲਾਵਾ ਉਹ ਜੂਨਾਂ ਵਿੱਚ ਨਹੀਂ ਆਉਂਦਾ, ਯੋਨੀਆਂ ਦੇ ਰਸਤੇ ਨਹੀਂ ਆਉਂਦਾ ਹੈਗਾ। ਉਹਦਾ ਸਵੈਮ ਤੋਂ ਪ੍ਰਕਾਸ਼ ਆਪਣੇ ਸਹਾਰੇ ਖੜਾ ਹੈ। ਅਸੀਂ ਐਸੇ ਰੱਬ ਨਾਲ ਸਾਂਝ ਪਾਉਂਦੇ ਹਾਂ। ਇਹਦੇ ਹੀ ਮੰਗਲਾਚਰਨ ਦਾ ਸੰਖੇਪ ਰੂਪ 12 ਮਾਹ ਬਾਣੀ ਵਿੱਚ ਇੱਕ ਓੰਕਾਰ, ਅੱਗੇ ਸਤ, ਉਹ ਜਿਹੜਾ ਸੱਚ ਰੂਪ ਹੈ, ਗੁਰ ਪ੍ਰਸਾਦ ਮਿਲਦਾ ਹੈ ਗੁਰੂ ਜੀ ਦੀ ਕਿਰਪਾਲਤਾ ਦੇ ਸਦਕਾ। ਇਸ ਸ਼ਬਦ ਦੇ ਆਰੰਭਤਾ ਦੇ ਵਿੱਚ ਅਸੀਂ ਪਹਿਲੇ ਤੁਕ ਦੀ, ਜਦੋਂ ਪਹਿਲੇ ਪਦੇ ਦੀ ਅਸੀਂ ਵਿਚਾਰ ਕੀਤੀ ਸੀ, ਜਿਹਦੇ ਵਿੱਚ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪ੍ਰਭੂ ਦੀ ਰਚਨਾ ਬੇਅੰਤ ਹੈ ਔਰ ਉਸ ਪ੍ਰਭੂ ਦੀ ਰਚਨਾ ਦੇ ਵਿੱਚ ਜਿਹੜੇ ਜਿਹੜੇ ਜੀਵ ਜਿਹੜੇ ਜਿਹੜੇ ਕਰਮ ਕਰਦੇ ਹਨ, ਉਹਦੇ ਮੁਤਾਬਕ ਹੀ ਉਹ ਸੁੱਖ ਤੇ ਦੁੱਖ ਹਾਸਲ ਕਰਦੇ ਹਨ। ਨਿਯਮਾਂ ਦੇ ਅਧੀਨ ਹੀ ਸੁੱਖ ਜਾਂ ਡਰ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦਾ ਹੈ।
ਔਰ ਜਿਹੜਾ ਪ੍ਰਭੂ ਨਾਲੋਂ ਟੁੱਟ ਕੇ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਜ਼ਿੰਦਗੀ ਵਿੱਚ ਦੁੱਖ ਹੈ। ਰੱਬੀ ਨਿਯਮਾਂ ਦੇ ਵਿੱਚ, ਉਹਦੇ ਹੁਕਮਾਂ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਨੂੰ ਸੁੱਖ ਹੈ, ਆਨੰਦ ਹੈ। ਤੇ ਇਸੇ ਤਰ੍ਹਾਂ ਉਹ ਨਿਰੰਕਾਰ ਜਿਹੜਾ ਆਪਣੀ ਰਚਨਾ ਵਿੱਚ ਰਚਿਆ ਹੋਇਆ ਹੈ, ਤੇ ਵਿਰਲੇ ਗੁਰਮੁਖ ਨੇ ਜਿਹੜੇ ਹਰ ਆਤਮ ਦੇ ਵਿੱਚ ਉਸ ਰਾਮ ਨੂੰ ਦੇਖ ਲੈਂਦੇ ਹਨ, ਉਸ ਪ੍ਰਭੂ ਦੇ ਨਾਲ ਸਾਂਝ ਪਾ ਲੈਂਦੇ ਹਨ। ਅੱਜ ਦੀ ਜਿਹੜੀ ਵਿਚਾਰ ਦੂਜੇ ਪਦੇ ਤੋਂ ਆਰੰਭ ਹੋਣ ਜਾ ਰਹੀ ਹੈ। ਆਰੰਭ ਦੇ ਇਹ ਬਚਨ, ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ। ਬਾਬੀਹਾ ਪ੍ਰਿਉ ਬੋਲੇ। ਬਬੀਹਾ ਜਿਹੜਾ ਹੈ ਉਹ ਪ੍ਰਿਉ ਪ੍ਰਿਉ ਪੁਕਾਰਦਾ ਹੈ। ਜਿਵੇਂ ਬਪੀਹਾ ਜਿਹੜਾ ਹੈ, ਪਪੀਹਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਪ੍ਰਿਉ ਪ੍ਰਿਉ ਪੁਕਾਰਦਾ ਹੈ, ਆਵਾਜ਼ਾਂ ਦਿੰਦਾ ਹੈ। ਔਰ ਉਹਦੇ ਬੋਲਣ ਦੇ ਪਿੱਛੇ ਇੱਕ ਮਕਸਦ ਹੈ। ਉਹ ਮਕਸਦ ਇਹ ਹੈ ਕਿ ਮੀਂਹ ਪੈ ਜਾਏ, ਵਰਖਾ ਹੋਵੇ ਤੇ ਮੈਨੂੰ ਸਵੰਤੀ ਬੂੰਦ ਪ੍ਰਾਪਤ ਹੋ ਜਾਏ। ਉਸ ਬਬੀਹੀ ਦਾ ਇੱਕ ਨਿਸ਼ਾਨਾ ਹੈ, ਉਹਦਾ ਇੱਕ ਗੋਲ ਹੈ, ਏਮ ਹੈ। ਕੋਈ ਪਪੀਹੇ ਨੂੰ ਕਹਿ ਦੇ ਕਿ ਇਹ ਪਪੀਹੇ ਦੇਖ, ਸਰੋਵਰ ਪਾਣੀ ਦਾ ਭਰਿਆ ਪਿਆ ਹੋਇਆ, ਤੂੰ ਇਹ ਪਾਣੀ ਪੀ ਲੈ, ਸਰੋਵਰ ਦਾ ਪਾਣੀ ਪੀ ਲੈ। ਨਾਲ ਹੀ ਤਲਾਬ ਜਿਹੜਾ ਉਹ ਭਰਿਆ ਹੋਇਆ, ਉਹ ਪਾਣੀ ਪੀ ਲੈ। ਜਾਂ ਨਦੀ ਵਗ ਰਹੀ ਹੈ, ਨਦੀ ਦਾ ਪਾਣੀ ਤੂੰ ਪੀ ਲੈ, ਪਿਆਸ ਹੀ ਬੁਝਾਣੀ ਹੈ। ਤੇ ਪਪੀਹਾ ਇਹ ਗੱਲ ਆਖਦਾ ਕਿ ਮੇਰੇ ਸਾਹਮਣੇ ਸਰੋਵਰ, ਨਦੀਆਂ, ਦਰਿਆ ਤੇ ਦੂਰ ਸਮੁੰਦਰ ਵੀ ਮੇਰੇ ਸਾਹਮਣੇ ਆ ਜਾਏ ਤਾਂ ਵੀ ਮੈਂ ਸਾਗਰ ਦੇ ਪਾਣੀ ਨੂੰ ਪੀ ਕੇ ਆਪਣੀ ਪਿਆਸ ਨਹੀਂ ਬੁਝਾਉਂਦਾ। ਮੈਂ ਤੇ ਵਰਖਾ ਦੀ ਸਵੰਤੀ ਬੂੰਦ, ਜਿਹੜੀ ਸਵੰਤੀ ਨਛੱਤਰ ਵਿੱਚ ਆਉਣ ਵਾਲੀ ਵਰਖਾ ਦੀ ਬੂੰਦ, ਮੈਂ ਉਸ ਸਵੰਤੀ ਬੂੰਦ ਨੂੰ ਪੀ ਕੇ ਪਿਆਸ ਬੁਝਾਉਂਦਾ ਹਾਂ। ਇਹ ਯਾਦ ਰੱਖਿਓ, ਇਹ ਪੁਰਾਣਿਕ ਕਹਾਣੀਆਂ ਨੇ, ਪੁਰਾਣਿਕ ਪ੍ਰਸੰਗ ਨੇ ਕਿ ਪਪੀਹਾ ਜਿਹੜਾ ਸਵੰਤੀ ਬੂੰਦ ਦੇ ਨਾਲ ਪਿਆਸ ਬੁਝਾਉਂਦਾ ਹੈ। ਕਿਉਂਕਿ ਸਵੰਤੀ ਨਛੱਤਰ ਹੈ, ਇੱਕ ਸਮਾਂ ਹੈ, ਉਸ ਸਮੇਂ 'ਚ ਜਦੋਂ ਮੀਂਹ ਪੈਂਦਾ ਤੇ ਪਿਆਸ ਬੁਝਾਉਂਦਾ। ਇਹ ਸਿਰਫ ਪੁਰਾਣਿਕ ਉਦਾਹਰਨਾਂ ਨੇ, ਇਹਨਾਂ 'ਚ ਸੱਚਾਈ ਨਹੀਂ ਹੈ। ਕਿਉਂਕਿ ਪਪੀਹਾ ਉਹ ਪੰਛੀ ਹੈ ਜਿਹੜਾ ਆਪਣੀ ਪਿਆਸ ਤੇ ਪਾਣੀ ਵਰਖਾ ਦੇ ਨਾਲ ਬੁਝਾਉਂਦਾ ਵੈ, ਪਰ ਉਹਦਾ ਸਵੰਤੀ ਨਛੱਤਰ ਨਾਲ ਕੋਈ ਸੰਬੰਧ ਨਹੀਂ ਹੈ। ਜਿਵੇਂ 27 ਨਛੱਤਰ ਨੇ ਜਿਹੜੇ ਸਾਲ ਦੇ ਵਿੱਚ ਆਉਂਦੇ ਨੇ, ਇੱਕ ਇੱਕ ਨਛੱਤਰ ਹੁੰਦਾ ਹੈ। ਤੇ ਸਵੰਤੀ ਨਛੱਤਰ, ਜਿਵੇਂ ਅਸੀਂ ਕਹਿੰਦੇ ਹਾਂ ਮਹੀਨਾ, 12 ਮਹੀਨੇ, ਕਦੀ ਚੇਤ ਆ ਗਿਆ ਇੱਕ ਮਹੀਨਾ, ਅਗਲਾ ਮਹੀਨਾ ਵਿਸਾਖ ਆ ਗਿਆ, ਫਿਰ ਜੇਠ ਆ ਗਿਆ, ਫਿਰ ਹਾੜ ਆ ਗਿਆ। ਉਦਾਂ ਹੀ 27 ਨਛੱਤਰ ਸਾਲ ਦੇ ਵਿੱਚ ਵੰਡੇ ਹੋਇਆ ਸਮਾਂ ਹੈਗਾ ਕਿ ਇੱਕ ਨਛੱਤਰ ਆਉਂਦਾ ਸਵੰਤੀ ਦਾ। ਸਵੰਤੀ ਨਛੱਤਰ ਵਿੱਚ ਜਦੋਂ ਵਰਖਾ ਦੀ ਬੂੰਦ ਪੈਂਦੀ ਹੈ, ਉਦੋਂ ਉਹਦੇ ਮੂੰਹ ਵਿੱਚ ਜਾਂਦੀ ਤੇ ਪਿਆਸ ਬੁਝਦੀ ਹੈ। ਪਰ ਗੁਰੂ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਪਲ ਦੇ ਰੂਪ 'ਚ ਵਰਤਿਆ ਹੈਗਾ, ਉਦਾਹਰਨ ਦੇ ਰੂਪ ਦੇ ਵਿੱਚ। ਤੇ ਉਦਾਹਰਨ ਲੈ ਕੇ ਉਹਦੇ ਪਿੱਛੇ ਜਿਹੜਾ ਥੀਮ ਹੈ, ਸਾਨੂੰ ਉਹ ਸਮਝਾਇਆ ਵੈ ਕਿ ਥੀਮ ਕੀ ਹੈ। ਉਸ ਥੀਮ ਦੀ ਸਾਡੇ ਨਾਲ ਗੱਲ ਕੀਤੀ। ਪਰ ਜੇ ਕੋਈ ਉਦਾਹਰਨ ਨੂੰ ਫੜ ਕੇ ਬਹਿ ਜਾਏ ਔਰ ਥੀਮ ਨੂੰ ਛੱਡ ਦੇਵੇ, ਫਿਰ ਗੱਲ ਗਲਤ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਅਸੀਂ ਕਹੀ ਜੀ, ਦੇਖੋ ਜੀ, ਗੁਰਬਾਣੀ 'ਚ ਕੁੱਤੇ ਨੂੰ ਤੇ ਬੜਾ ਗਲਤ ਕਿਹਾ ਹੈ, ਅਸੀਂ ਤੇ ਘਰ ਹੁਣ ਕੁੱਤਾ ਹੀ ਨਹੀਂ ਪਾਲਣਾ ਹੈਗਾ। ਗੁਰਬਾਣੀ 'ਚ ਤੇ ਸਾਫ਼ ਲਿਖਿਆ, ਜੋ ਕੁੱਕਰ ਹਰਕਾਇਆ ਤਾਵੇ ਦਿਸ ਜਾਏ, ਲੋਭੀ ਜੰਤ ਨ ਜਾਣੇ, ਭਾਖਾ ਭਖ ਸਭ ਖਾਏ। ਜਾਂ ਹੋਰ ਵੀ ਕਈ ਥਾਵਾਂ ਤੇ ਕੁੱਤੇ ਨੂੰ ਲਾਲਚੀ ਬਿਰਤੀ ਵਾਲਾ ਮੰਨਿਆ। ਹੁਣ ਉਦਾਹਰਨ ਦਾ ਇੱਕ ਪੱਖ ਹੈ। ਉਦਾਹਰਨ ਦਾ ਦੂਜਾ ਪੱਖ ਜਦੋਂ ਅਸੀਂ ਦੇਖਦੇ ਹਾਂ, ਉਹ ਇਹ ਵੀ ਹੈ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਮ ਤਜਤ ਨਹੀਂ ਨਿਤ, ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਚਿਤ। ਜਿਵੇਂ ਕੁੱਤਾ ਵਫਾਦਾਰ ਹੁੰਦਾ ਹੈ ਮਾਲਕ ਦਾ, ਏਦਾਂ ਤੂੰ ਵੀ ਆਪਣੇ ਮਾਲਕ ਦੀ ਵਫਾਦਾਰੀ ਕਰ। ਸਿਰਫ ਉਦਾਹਰਨ ਲਈ ਹੈ। ਜੇ ਉਦਾਹਰਨ ਲਈ ਲਾਲਚੀ ਕੁੱਤੇ ਦੀ, ਤੇ ਉਹਦੇ ਪਿੱਛੇ ਥੀਮ ਇਹ ਵੀ ਹੈ, ਬੰਦਿਆ ਤੂੰ ਲੋਭ ਨਾ ਕਰ, ਗਲਤ ਹੀ ਨਹੀਂ ਕੋਈ ਹੈ। ਜੇ ਥੀਮ ਲਿਆ ਉਸ ਕੁੱਤੇ, ਜੇ ਕੁੱਤੇ ਦੀ ਵਫਾਦਾਰੀ ਦੀ ਉਦਾਹਰਨ ਦਿੱਤੀ ਤੇ ਥੀਮ ਲਿਆ ਕਿ ਤੂੰ ਆਪਣੇ ਮਾਲਕ ਦਾ ਵਫਾਦਾਰ ਹੋ, ਇੱਕ ਰੱਬ ਨਾਲ ਜੁੜ ਜਾ, ਗੱਲ ਤੇ ਥੀਮ ਦੀ। ਤੇ ਕੋਈ ਉਦਾਹਰਨ ਨੂੰ ਫੜ ਕੇ ਬਹਿ ਜਾਏ, ਥੀਮ ਨੂੰ ਛੱਡ ਦੇ, ਤੇ ਫਿਰ ਉਹ ਗਲਤ ਹੈ। ਜਿਵੇਂ ਮੈਂ ਉਂਗਲ ਦਾ ਇਸ਼ਾਰਾ ਕਰਕੇ ਕਵਾਂ, ਉਹ ਦੇਖੋ ਆਸਮਾਨ ਵਿੱਚ ਚੰਦਰਮਾ, ਹੁਣ ਕੋਈ ਚੰਦਰਮਾ ਤੇ ਦੇਖੇ ਨਾ, ਉਹ ਲੋਕ ਮੇਰੀ ਉਂਗਲ ਫੜ ਲੈਣ ਵੀ ਸ਼ਾਇਦ ਇਹ ਉਂਗਲ ਜਿਹੜੀ ਇਹ ਚੰਦਰਮਾ ਹੁੰਦੀ ਹੈ। ਫਿਰ ਕਦੀ ਮੈਂ ਪੈਨ ਦਾ ਇਸ਼ਾਰਾ ਕਰਾਂ, ਉਹ ਦੇਖੋ ਚੰਦਰਮਾ, ਕੁਝ ਲੋਕ ਪੈਨ ਨੂੰ ਫੜ ਕੇ ਬਹਿ ਜਾਣ ਵੀ ਪੈਨ ਚੰਦਰਮਾ ਹੁੰਦਾ ਹੈ। ਫਿਰ ਮੈਂ ਸੋਟੀ ਨਾਲ ਇਸ਼ਾਰਾ ਕਰਾਂ, ਉਹ ਦੇਖੋ ਚੰਦਰਮਾ, ਕੁਝ ਲੋਕ ਸੋਟੀ ਨੂੰ ਫੜ ਕੇ ਬਹਿ ਜਾਣ, ਤੇ ਲੋਕ ਕਹਿਣਗੇ ਭਾਈ ਸਾਹਿਬ ਤੇ ਬੜੇ ਕਨਫਿਊਜ਼ ਨੇ, ਬੜੀ ਕੰਟਰਾਡਿਕਸ਼ਨ ਹੈ ਇਹਦੇ ਵਿੱਚ। ਕੋਈ ਕਹੇਗਾ ਵੀ ਭਾਈ ਸਾਹਿਬ ਕਹਿੰਦੇ ਸੀ ਵੀ ਇਹ ਪੈਨ ਜਿਹੜਾ ਉਹ ਚੰਦਰਮਾ ਹੁੰਦਾ, ਦੂਜਾ ਕਹਿੰਦੇ ਸੋਟੀ ਚੰਦਰਮਾ ਹੁੰਦਾ। ਹੁਣ ਸੋਟੀ, ਪੈਨ, ਉਂਗਲ ਜਿਹੜੀ ਇਹ ਚੰਦਰਮਾ ਨਹੀਂ ਹਨ, ਇਹ ਚੰਦਰਮਾ ਦਾ ਇਸ਼ਾਰਾ ਨੇ, ਸਿਰਫ ਇਸ਼ਾਰਾ ਮਾਤਰ ਨੇ। ਇਸ਼ਾਰਾ ਕਿਸੇ ਵੀ ਚੀਜ਼ ਨਾਲ ਕੀਤਾ ਜਾ ਸਕਦਾ ਹੈ, ਤੇ ਜਿੱਧਰ ਇਸ਼ਾਰਾ ਕੀਤਾ ਜਾ ਰਿਹਾ ਹੈ, ਚੀਜ਼ ਉਹ ਫੜਨੀ ਹੈ, ਚੀਜ਼ ਉਹ ਦੇਖਣੀ ਵੀ ਚੰਦਰਮਾ ਉੱਪਰ ਆਸਮਾਨ ਦੇ ਵਿੱਚ ਹੈ।
ਇਸੇ ਤਰ੍ਹਾਂ ਬਹੁਤ ਸਾਰੀਆਂ ਪੁਰਾਣਿਕ ਕਹਾਣੀਆਂ ਲੈ ਕੇ ਗੁਰੂ ਸਾਹਿਬ ਨੇ ਸੱਚ ਵੱਲ ਇਸ਼ਾਰੇ ਕੀਤੇ ਵੀ ਇਹ ਸੱਚ ਆਇਆ ਹੈ, ਤੇ ਜੇ ਅਸੀਂ ਉਸ ਸੱਚ ਨੂੰ ਛੱਡ ਕੇ ਇਸ਼ਾਰੇ ਫੜ ਲਈਏ ਫਿਰ ਗਲਤ ਹੋ ਜਾਏਗੀ ਗੱਲ। ਕਿਉਂਕਿ ਇਸ ਤਰ੍ਹਾਂ ਦੇ ਇਸ ਬਾਣੀ ਵਿੱਚ ਬਹੁਤ ਸਾਰੇ ਉਦਾਹਰਣ ਆਣਗੇ। ਮੈਂ ਤਾਂ ਹੀ ਪਹਿਲਾਂ ਬੇਸ ਬਣਾ ਰਿਹਾ ਹੈਗਾ। ਬਹੁਤ ਸਾਰੇ ਉਦਾਹਰਣ ਆਣਗੇ ਔਰ ਗੁਰਬਾਣੀ 'ਚ ਬਹੁਤ ਸਾਰੇ ਆਉਂਦੇ ਵੀ ਨੇ, ਜਿਵੇਂ ਹੰਸ ਦੀ ਉਦਾਹਰਨ ਆ ਜਾਂਦੀ ਹੈ। ਹੁਣ ਇੱਥੇ ਸਵੈਨ ਜਿਹੜਾ ਇੱਕ ਪੰਛੀ ਹੈ, ਉਹਨੂੰ ਹੰਸ ਕਹਿਣ ਲੱਗ ਗਏ ਨੇ, ਪਰ ਉਹ ਸਵੈਨ ਜਿਹੜਾ ਪੰਛੀ ਜਿਹਨੂੰ ਅਸੀਂ ਹੰਸ ਕਹਿਣ ਲੱਗ ਗਏ ਆ, ਉਹ ਤੇ ਮੋਤੀ ਖਾਂਦਾ ਨਹੀਂ ਹੈ, ਤੇ ਮੋਤੀ ਖਾ ਕੇ ਕਦੇ ਕੋਈ ਜੀ ਨਹੀਂ ਸਕਦਾ, ਮੋਤੀ ਵਿੱਚ ਜੀਵਨ ਨਹੀਂ ਹੁੰਦਾ। ਪਰ ਪੁਰਾਣਿਕ ਜਿਹੜਾ ਸਵਰਗ ਦਾ ਪੰਛੀ ਆ ਹੰਸ, ਉਹ ਮੋਤੀ ਖਾ ਕੇ ਜਿਉਂਦਾ ਹੈ, ਉਹ ਕਲਪਨਾ ਦਾ ਪੰਛੀ ਹੈ। ਤੇ ਗੁਰੂ ਜੀ ਨੇ ਉਦਾਹਰਨ ਵਰਤ ਲਈ ਵੀ ਹੰਸ ਹੈ, ਪਰ ਕੌਣ? ਅਸੀਂ ਹੰਸ ਹਾਂ। ਗੁਰ ਸਰਵਰ ਹਮ ਹੰਸ ਤੁਮਾਰੇ, ਗੁਰੂ ਸਰੋਵਰ ਅਸੀਂ ਤੁਹਾਡੇ ਹੰਸ ਹਾਂ। ਇਸੇ ਤਰ੍ਹਾਂ ਪਾਰਸ ਪੱਥਰ ਦੀ ਉਦਾਹਰਨ ਵਰਤ ਲਈ ਸੀ ਕਿ ਬਾਣੀ 'ਚ ਪਾਰਸ ਹੈ, ਇਸ ਕਰਕੇ ਪਾਰਸ ਹੋਏਗਾ ਕੋਈ ਜਿਹੜਾ 8 ਧਾਤਾਂ ਨੂੰ ਸੋਨਾ ਬਣਾ ਸਕਦਾ ਹੈ। ਪਰ ਗੁਰੂ ਜੀ ਨੇ ਪਾਰਸ ਦੀ ਉਦਾਹਰਨ ਲੈ ਕੇ ਇੱਕ ਇਸ਼ਾਰਾ ਕੀਤਾ ਵੀ ਸਾਡੇ ਲਈ ਗੁਰੂ ਸਾਡਾ ਪਾਰਸ ਹੈ, ਅਸੀਂ ਲੋਹੇ ਹਾਂ, ਗੁਰੂ ਨਾਲ ਜੁੜ ਕੇ ਅਸੀਂ ਸੋਨਾ ਹੋ ਜਾਂਦੇ ਹਾਂ। ਗੁਰੂ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਇਸੇ ਤਰ੍ਹਾਂ ਬਬੀਹਾ ਜਿਹੜਾ ਮੰਨਿਆ ਜਾਂਦਾ ਹੈ ਕਿ ਸਾਲ ਵਿੱਚ ਇੱਕ ਵਾਰ ਸਵੰਤੀ ਨਕਸ਼ਤਰ ਆਉਂਦਾ ਹੈ, ਜਦੋਂ ਉਸ ਦਿਨ ਮੀਂਹ ਪੈ ਜਾਏ ਨਾ, ਉਸ ਸਵੰਤੀ ਨਛੱਤਰ ਦੇ ਸਮੇਂ ਦੇ ਵਿੱਚ ਮੀਂਹ ਪੈ ਜਾਏ ਤੇ ਮੀਂਹ ਦੀ ਇੱਕ ਬੂੰਦ ਬਬੀਹੇ ਦੇ ਮੂੰਹ 'ਚ ਚਲੀ ਜਾਏ ਤੇ ਉਹ ਰੱਜ ਜਾਂਦਾ ਹੈ। ਗੁਰੂ ਜੀ ਨੇ ਉਦਾਹਰਨ ਲੈ ਲਈ, ਕਹਿਣ ਲੱਗੇ ਘੱਟੋ ਘੱਟ ਪੰਛੀ ਤੋਂ ਸਿੱਖ ਲਓ, ਜਿਹੜਾ ਸਵੰਤੀ ਨਛੱਤਰ ਦੀ ਉਡੀਕ ਕਰਦਾ ਹੈ ਕਿ ਬੂੰਦ ਪਏਗੀ ਮੂੰਹ 'ਚ ਤਾਂ ਪਿਆਸ ਬੁਝਾਵਾਂਗਾ, ਉਹਦੇ ਸਾਹਮਣੇ ਸਮੁੰਦਰ ਵੀ ਆ ਜਾਣ, ਉਹ ਪ੍ਰਵਾਹ ਨਹੀਂ ਬਣਦਾ। ਉਹ ਪਪੀਹਾ ਜਿਹੜਾ ਨਾ ਇੱਕ ਸਵੰਤੀ ਬੂੰਦ ਨੂੰ ਸਮਰਪਿਤ ਹੈ। ਸਵੰਤੀ ਬੂੰਦ ਵਰਖਾ ਦੀ ਆਏਗੀ, ਸਵੰਤੀ ਨਛੱਤਰ 'ਚ ਮੀਂਹ ਪਏਗਾ, ਮੈਂ ਤਾਂ ਆਪਣੀ ਪਿਆਸ ਬੁਝਾਵਾਂਗਾ, ਨਹੀਂ ਤੇ ਨਹੀਂ ਬੁਝਾਵਾਂਗਾ। ਮੇਰੇ ਸਾਹਮਣੇ ਦੁਨੀਆ ਦੇ ਪਾਣੀ ਹੇਠ ਨੇ, ਨਦੀਆਂ, ਨਾਲੇ, ਸਰੋਵਰ, ਦਰਿਆ, ਮੈਂ ਇਹਨਾਂ ਨੂੰ ਟਿੱਚ ਜਾਣਦਾ ਵਾਂ। ਮੈਂ ਸਿੱਖਾ ਇਹੋ ਜੀ ਤੇਰੇ ਅੰਦਰ ਵੀ ਭਾਵਨਾ ਹੋਵੇ, ਤੂੰ ਕਹਿ ਸਕੇ ਕਿ ਇਹ ਪ੍ਰਭੂ ਦੁਨੀਆ ਦੀ ਧਨ ਦੌਲਤ ਪਦਾਰਥ ਮੇਰੇ ਸਾਹਮਣੇ ਦਰਿਆ ਬਣ ਕੇ ਵਗਣ ਲੱਗ ਜਾਣ, ਸਮੁੰਦਰ ਬਣ ਕੇ ਹੀਰੇ ਜਵਾਹਰਾਤ ਰਤਨ ਵਗਣ ਲੱਗ ਜਾਣ, ਪਰ ਮੈਨੂੰ ਸਿਰਫ ਤੇਰਾ ਨਾਮ ਹੀ ਰਜਾ ਸਕਦਾ ਹੈ, ਦੁਨੀਆ ਦੇ ਪਦਾਰਥ ਮੈਨੂੰ ਰਜਾ ਨਹੀਂ ਸਕਦੇ। ਇਸ ਪਪੀਹੇ ਤੋਂ ਕੁਝ ਸਿੱਖਣਾ ਹੈ। ਪਪੀਹਾ ਪ੍ਰਿਓ ਬੋਲੇ, ਉਹ ਪਪੀਹਾ ਪੰਛੀ ਜਿਹੜਾ ਨਾ ਪ੍ਰਿਓ ਪ੍ਰਿਓ ਪੁਕਾਰ ਕਰਦਾ ਹੈ। ਕਿਉਂ ਕਰਦਾ ਹੈ? ਕਿਉਂਕਿ ਉਹਦਾ ਇੱਕ ਏਮ ਹੈ, ਨਿਸ਼ਾਨਾ ਹੈ ਕਿ ਮੈਨੂੰ ਬੂੰਦ ਮਿਲ ਜਾਏ ਸਵੰਤੀ ਨਛੱਤਰ ਦੀ। ਉਹਦੇ ਪਿੱਛੇ ਦੀ ਭਾਵਨਾ, ਉਹਦੇ ਪਿੱਛੇ ਦਾ ਇੱਕ ਮਨੋਰਥ ਹੈ। ਉਹਦੇ ਸਾਹਮਣੇ ਸਰੋਵਰ ਦਰਿਆ ਵੀ ਆ ਜਾਣ, ਉਹ ਉਹਨਾਂ ਦਾ ਪਾਣੀ ਨਹੀਂ ਪੀਂਦਾ। ਬਸ ਮੇਰੇ ਅੰਦਰ ਵੀ ਇਹ ਭਾਵਨਾ ਹੈ, ਪ੍ਰਭੂ ਦੁਨੀਆ ਦੇ ਧਨ ਦੌਲਤ ਪਦਾਰਥ, ਇੱਜ਼ਤ ਮਾਣ ਸਤਕਾਰ, ਧਨ ਦੌਲਤ, ਰਿਸ਼ਤੇਦਾਰ, ਕੁਰਸੀਆਂ, ਪਦਵੀਆਂ, ਜੋ ਮਰਜ਼ੀ ਆ ਜਾਏ, ਪਰ ਪ੍ਰਭੂ ਜਦੋਂ ਤੂੰ ਮੇਰੇ ਅੰਦਰ ਆਏਗਾ ਤੇ ਮੈਨੂੰ ਆਤਮਿਕ ਤੌਰ ਤੇ ਤ੍ਰਿਪਤੀ ਮਿਲੇਗੀ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚਾਤਰਿਕ ਮੇਹ। ਏਦਾਂ ਦਾ ਰੱਬ ਨਾਲ ਪਿਆਰ ਪਾ ਜਿਵੇਂ ਪਪੀਹੇ ਦਾ ਮੀਂਹ ਦੇ ਨਾਲ ਹੈ। ਸਰ ਭਰ ਥਲ ਹਰਿਆਵਲੇ, ਸਾਰੇ ਸਰੋਵਰ ਦਰਿਆ ਪਾਣੀ ਨਾਲ ਭਰੇ ਪਏ ਨੇ, ਇੱਕ ਬੂੰਦ ਨਾ ਪਵੇ ਕਿ ਜੇ ਉਸ ਸਵੰਤੀ ਨਛੱਤਰ ਦੀ ਇੱਕ ਪਾਣੀ ਦੀ ਬੂੰਦ ਨਹੀਂ, ਤੇ ਇਸ ਪਪੀਹੇ ਨੇ ਸਮੁੰਦਰਾਂ ਨੂੰ ਕੀ ਕਰਨਾ ਹੈ? ਉਹਦੇ ਲਈ ਕਿਸ ਅਰਥ ਵਿਅਰਥ ਨੇ। ਇਸ ਕਰਕੇ ਇਹੋ ਜਿਹੀ ਤੇਰੇ ਅੰਦਰ ਪਿਆਸ ਹੋਵੇ, ਹੇ ਪ੍ਰਭੂ ਤੂੰ ਮੇਰੇ ਅੰਦਰ ਹੋਵੇਂ ਤੇ ਤਾਂ ਮੈਨੂੰ ਤ੍ਰਿਪਤੀ ਹੈ, ਤੇਰੇ ਤੋਂ ਬਿਨਾਂ ਮੇਰੀ ਕੋਈ ਤ੍ਰਿਪਤੀ ਨਹੀਂ। ਸਾਚ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਮਾਈਆਂ। ਤੇ ਜਦੋਂ ਪਪੀਹਾ ਪੁਕਾਰ ਕਰਦਾ ਤੇ ਕਿਉਂ ਨਹੀਂ ਬੱਦਲ ਲਾਉਂਦੇ? ਪਪੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਣ ਸੁਣੀ ਪੁਕਾਰ, ਨਿਗਹਿ ਨੂੰ ਫਰਮਾਨ ਹੁਆ ਵਰਸੋ ਕਿਰਪਾ ਧਾਰ। ਜਦੋਂ ਜੀਵ ਪਪੀਹਾ ਬਣ ਕੇ ਪ੍ਰਿਓ ਬੋਲਦਾ ਹੈ ਨਾ, ਉਦੋਂ ਫਿਰ ਪ੍ਰਭੂ ਵੀ ਪੁਕਾਰ ਸੁਣਦਾ ਹੈ। ਉਹ ਗੁਰੂ ਬੱਦਲ ਨੂੰ ਭੇਜਦਾ ਹੈ, ਜਾ ਕੇ ਸ਼ਬਦ ਦੇ ਗਿਆਨ ਦੀ ਵਰਖਾ ਕਰੋ, ਤਾਂ ਕਿ ਮਨੁੱਖਤਾ ਦੇ ਇਸ ਜੀਵ ਦੇ ਹਿਰਦੇ 'ਚ ਸ਼ਾਂਤੀ ਆ ਜਾਏ, ਤ੍ਰਿਪਤੀ ਆ ਜਾਏ। ਮੇਘ ਇੱਥੇ ਗੁਰੂ, ਨਿਗਹਿ ਨੂੰ ਫਰਮਾਨ ਹੁਆ ਵਰਸੋ ਕਿਰਪਾ ਧਾਰ। ਗੁਰੂ ਬੱਦਲ ਨੂੰ ਹੁਕਮ ਹੋਇਆ, ਜਾ ਕੇ ਗਿਆਨ ਦੀ ਸ਼ਬਦ ਦੀ ਵਰਖਾ ਕਰੋ। ਹੁਣ ਤਿਨ ਕਿਆ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਤਾਰ। ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੇ ਹਿਰਦੇ 'ਚ ਸਿਰਫ ਸੱਚ ਨੂੰ ਧਾਰਨ ਕੀਤਾ ਹੈ। ਉਹ ਆਖਦੇ ਨੇ ਦੁਨੀਆ ਭਰ ਦੇ ਵਿਕਾਰ ਦਰਿਆ ਸਮੁੰਦਰ ਬਣ ਕੇ ਆ ਜਾਣ, ਉਹਨਾਂ ਦੇ ਪਿੱਛੇ ਨਹੀਂ ਜਾਵਾਂਗੇ, ਸਾਨੂੰ ਸੱਚ ਦੀ ਇੱਕ ਬੂੰਦ ਕਾਫੀ ਹੈ। ਹੁਣ ਤਿਨ ਕੇ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਧਾਰ, ਨਾਨਕ ਨਾਮੇ ਸਭ ਹਰਿਆਵਲੀ। ਗੁਰੂ ਕਾ ਸ਼ਬਦ ਵਿਚਾਰ, ਨਾਮ ਹੀ ਮੈਨੂੰ ਹਰਿਆ ਭਰਿਆ ਖੇੜਾ ਦੇਣ ਵਾਲਾ ਹੈ, ਨਾਮ ਹੀ ਸਭ ਪਾਸੇ
ਖੇੜਾ ਤੇ ਖੁਸ਼ੀਆਂ ਦੇਣ ਵਾਲਾ ਹੈ। ਰੱਬੀ ਗੁਣ ਹੀ ਸਭ ਨੂੰ ਖੁਸ਼ੀਆਂ ਤੇ ਖੇੜੇ ਦੇਣ ਵਾਲੇ ਨੇ। ਨਾਮ ਹੈ ਪ੍ਰਭੂ ਦੇ ਗੁਣ। ਪ੍ਰਭੂ ਦੇ ਗੁਣ ਹੀ ਸਾਰੀਆਂ ਜ਼ਿੰਦਗੀਆਂ 'ਚ ਖੁਸ਼ੀਆਂ ਤੇ ਖੇੜੇ ਭਰਦੇ ਨੇ। ਤੇ ਇਹ ਮਿਲਦੇ ਕਿੱਥੋਂ ਨੇ? ਗੁਰੂ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦਾ ਗਿਆਨ ਹਾਸਲ ਕਰਕੇ। ਬਬੀਹਾ ਪ੍ਰਿਉ ਬੋਲੇ, ਜਿਵੇਂ ਬਬੀਹਾ ਪ੍ਰਿਉ ਪ੍ਰਿਉ ਪੁਕਾਰਦਾ ਹੈ ਕਿ ਦੁਨਿਆਵੀ ਪਾਣੀ, ਧਨ ਦੌਲਤ, ਸਮੁੰਦਰ ਨਹੀਂ ਚਾਹੀਦਾ ਮੈਨੂੰ ਸਿਰਫ ਰੱਬੀ ਗੁਣਾਂ ਦੀ ਇੱਕ ਬੂੰਦ ਚਾਹੀਦੀ ਹੈ। ਜਿਵੇਂ ਕੋਕਿਲ ਬਾਣੀਆਂ ਮੈਨੇ ਮਿੱਠੀ ਬੋਲੀ, ਜਿਵੇਂ ਕੋਇਲ ਦੀ ਮਿੱਠੀ ਕੂਹ ਕੂਹ ਦੀ ਬੋਲੀ, ਕੋਇਲ ਪੁਕਾਰ ਕਰਦੀ ਹੈ ਔਰ ਖੁਸ਼ ਹੁੰਦੀ, ਮਿੱਠੀ ਬੋਲੀ ਬੋਲਦੀ ਹੈ, ਕਿਉਂਕਿ ਉਹਦਾ ਵੀ ਇੱਕ ਏਮ ਹੈ। ਕੋਇਲ ਦਾ ਏਮ ਹੈ ਕਿ ਕਾਸ਼ ਕਿਤੇ ਅੰਬ ਮਿਲ ਜਾਣ ਮਿੱਠੇ। ਕੋਇਲ ਦਾ ਅੰਬ ਨਾਲ ਪਿਆਰ ਹੈ, ਇਸ ਕਰਕੇ ਜਦੋਂ ਉਹਨੂੰ ਅੰਬ ਮਿਲ ਜਾਂਦੇ ਫਿਰ ਉਹ ਖੁਸ਼ੀ 'ਚ ਝੂਮ ਉੱਠਦੀ ਹੈ। ਕੋਕਿਲ ਅੰਬ ਸੁਹਾਵੀ ਬੋਲੇ, ਕੋਇਲ ਨੂੰ ਜਦੋਂ ਅੰਬ ਮਿਲਦਾ, ਅੰਬ ਨਾਲ ਜੁੜ ਕੇ, ਅੰਬ ਵੱਲ ਦੇਖ ਕੇ ਉਹ ਖੁਸ਼ੀ ਭਰੇ ਮਿੱਠੇ ਬੋਲ ਬੋਲਦੀ ਹੈ। ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। हे ਪ੍ਰਭੂ, ਮੈਂ ਜੀਵ ਇਸਤਰੀ ਤੇਰੇ ਤੋਂ ਵਿਛੜ ਕੇ ਕਿਉਂ ਦੁਖੀ ਹੈ। ਜੇ ਕੋਇਲ ਨੂੰ ਮਿੱਠਾ ਅੰਬ ਮਿਲ ਜਾਏ, ਉਹ ਮਿੱਠੀ ਬੋਲੀ ਬੋਲਦੀ ਹੈ, ਕਾਸ਼ ਮੈਂ ਵੀ ਤੇਰੇ ਨਾਲ ਜੁੜ ਜਾਵਾਂ। ਕੋਕਿਲ ਅੰਬ ਪ੍ਰੀਤ ਚਵੈ ਸੁਹਾਵੀਆ, ਮਨ ਹਰ ਰੰਗ ਕੀਜੀਐ। ਕੋਕਿਲ ਅੰਬ ਪ੍ਰੀਤ, ਕੋਇਲ ਦਾ ਅੰਬ ਨਾਲ ਪਿਆਰ ਹੈ, ਤੇ ਜਦੋਂ ਅੰਬ ਮਿਲ ਜਾਂਦਾ ਉਹਨੂੰ ਮਿੱਠਾ ਫਲ ਦੇ ਕੇ, ਚਵੈ ਸੁਹਾਵੀਆ, ਸੋਹਣੇ ਬੋਲ ਬੋਲਦੀ ਹੈ, ਮਿੱਠੇ ਗੀਤ ਗਾਣ ਲੱਗ ਜਾਂਦੀ ਹੈ। ਮਨ ਹਰ ਰੰਗ ਕੀਜੀਐ, हे ਮਨਾ ਤੂੰ ਵੀ ਕੋਇਲ ਵੱਲ ਦੇਖ, ਉਹਦੇ ਵੱਲ ਦੇਖ ਕੇ ਤੂੰ ਵੀ ਰੱਬ ਨਾਲ ਇਦਾਂ ਦਾ ਪਿਆਰ ਪਾ, ਜਿਵੇਂ ਕੋਇਲ ਅੰਬ ਦੇਖ ਕੇ ਖੁਸ਼ੀ ਦੇ ਮਿੱਠੇ ਗੀਤ ਗਾਉਂਦੀ ਹੈ। ਤੂੰ ਵੀ ਰੱਬ ਦੇ ਪਿਆਰ ਨਾਲ ਇੰਨਾ ਜੁੜ ਜਾ, ਰੱਬੀ ਪਿਆਰ ਵਿੱਚ ਜੁੜ ਕੇ ਤੂੰ ਵੀ ਸਿਫਤ ਸਲਾਹ ਦੇ ਗੀਤ ਗਾ, ਇਸ ਕੋਇਲ ਵਰਗਾ ਹੋ। ਤਾਂ ਹੀ ਗੁਰੂ ਜੀ ਨੇ ਕਿਹਾ ਕਿ ਮੈਂ ਚਾਹਨਾ ਮੈਂ ਕੋਇਲ ਹੋ ਜਾਵਾਂ, ਕੋਕਿਲ ਹੋਵਾਂ, ਅੰਬ ਬਸਾਂ, ਸਹਿਜ ਸ਼ਬਦ ਦੀ ਚਾਰ, ਸਹਿਜ ਸੁਭਾਏ ਮੇਰਾ ਸ਼ਹਿ ਮਿਲੇ, ਦਰਸ਼ਨ ਰੂਪ ਅਪਾਰ। ਕਾਸ਼ ਮੈਂ ਵੀ ਇਸ ਕੋਇਲ ਦੀ ਤਰ੍ਹਾਂ ਹੋ ਜਾਵਾਂ, ਜਿਵੇਂ ਕੋਇਲ ਅੰਬ ਤੇ ਵਸਦੀ ਹੈ, ਅੰਬ ਨੂੰ ਮਿੱਠਾ ਦੇਖ ਕੇ ਖੁਸ਼ੀ ਦੇ ਗੀਤ ਗਾਉਂਦੀ ਹੈ। हे ਪ੍ਰਭੂ, ਮੈਂ ਤੇਰੇ ਨਾਲ ਜੁੜ ਕੇ ਤੇਰੀ ਸਿਫਤ ਸਲਾਹ ਦੇ ਮਿੱਠੇ ਗੀਤ ਗਾਵਾਂ, ਸਹਿਜ ਸ਼ਬਦ ਦੀ ਚਾਰ, ਸਹਿਜ ਵਿੱਚ ਆ ਜਾਵਾਂ, ਅਡੋਲਤਾ 'ਚ ਟਿਕ ਜਾਵਾਂ, ਸ਼ਬਦ ਦੀ ਵਿਚਾਰ ਕਰਕੇ, ਗੁਰੂ ਦਾ ਗਿਆਨ ਲੈ ਕੇ ਮੈਂ ਵੀ ਤੇਰੇ ਨਾਲ ਜੁੜ ਜਾਵਾਂ। ਤੇ ਸੁਭਾਵਕ ਹੀ ਮੈਨੂੰ ਤੂੰ ਮਿਲ ਜਾਏ, ਮੇਰਾ ਪ੍ਰਭੂ ਪਤੀ ਮਿਲ ਜਾਏ, ਸਹਿਜ ਸੁਭਾਏ ਮੇਰਾ ਸ਼ਹਿ ਮਿਲੇ, ਦਰਸ਼ਨ ਰੂਪ ਅਪਾਰ। ਉਹਦਾ ਦਰਸ਼ਨ ਕਰਾਂ ਜਿਹੜਾ ਅਪਾਰ, ਜਿਹਦਾ ਪਾਰਲਾ ਬੰਨਾ ਨਹੀਂ ਹੈ, ਹਰ ਥਾਂ ਤੇ ਉਹ ਹੈ। ਜਿਵੇਂ ਪਪੀਹੇ ਦਾ ਨਿਸ਼ਾਨਾ ਇੱਕ ਸਵੰਤੀ ਨਛੱਤਰ ਦੀ ਬੂੰਦ ਹੈ, ਜਿਵੇਂ ਕੋਇਲ ਦਾ ਨਿਸ਼ਾਨਾ ਮਿੱਠੇ ਅੰਬ ਨੇ, ਉਹ ਮਿਲ ਜਾਣ ਉਹ ਮਿੱਠੇ ਗੀਤ ਗਾਉਂਦੀ ਹੈ। ਬਸ ਇਸੇ ਤਰ੍ਹਾਂ ਬਬੀਹਾ ਪ੍ਰਿਉ ਬੋਲੇ, ਕੋਕਿਲ ਬਾਣੀਆਂ, ਜੇ ਕਿਤੇ ਮੈਨੂੰ ਵੀ ਉਹ ਪ੍ਰਭੂ ਮਿਲ ਜਾਏ ਤੇ ਮੈਂ ਵੀ ਖੁਸ਼ੀ ਦੇ ਗੀਤ ਗਾਵਾਂ। ਜਿਵੇਂ ਬਬੀਹਾ ਪ੍ਰਿਉ ਬੋਲਦਾ ਹੈ, ਸਵੰਤੀ ਬੂੰਦ ਨੂੰ ਦੇਖ ਕੇ ਉਹ ਰੱਜ ਜਾਂਦਾ ਹੈ, ਕੋਇਲ ਮਿੱਠੇ ਅੰਬ ਨੂੰ ਦੇਖ ਕੇ ਮਿੱਠੇ ਗੀਤ ਗਾਉਂਦੀ ਹੈ। ਇਸੇ ਤਰ੍ਹਾਂ ਹੀ ਸਾਧਨ ਸਭ ਰਸ ਚੋਲੇ, ਅੰਕ ਸਮਾਣੀਆਂ। ਸਾਧਨ, ਇੱਥੇ ਇੱਕ ਗੱਲ ਸਮਝ ਲਓ, ਧਨ ਸ਼ਬਦ ਵੀ ਗੁਰਬਾਣੀ 'ਚ ਆਇਆ ਇਸਤਰੀ ਵਾਸਤੇ। ਆਮ ਤੌਰ ਤੇ ਜਦੋਂ ਇਸਤਰੀਆਂ ਦੀ ਗੱਲ ਕੀਤੀ, ਧਨ ਸ਼ਬਦ ਆਇਆ। ਧਨ ਸ਼ਬਦ ਜਿਹੜਾ ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚੋਂ, ਇਹ ਬਹੁਤ ਥਾਵਾਂ ਤੇ ਇਸਤਰੀ ਦੇ ਪਰਥਾਏ ਹੈ। ਜਿਵੇਂ ਮੈਂ ਇਸ ਬਾਰੇ ਕਾਫੀ ਸਾਰੇ ਸ਼ਬਦ ਕੱਢੇ ਵੀ ਸਨ ਧਨ ਦੇ ਨਾਲ ਸੰਬੰਧਿਤ ਗੁਰਬਾਣੀ ਦੇ ਵਿੱਚ। ਉਦਾਹਰਨ ਦੇ ਤੌਰ ਤੇ ਧਨ ਸ਼ਬਦ ਜਿਹੜਾ ਹੈ ਉਹ ਇਸਤਰੀ ਵਾਸਤੇ, ਧਨ ਪਿਰ ਇਹ ਨਾ ਆਖੀਨ ਵਹਿਨ ਇਕੱਠੇ ਹੋਏ, ਇਸ ਤਰ੍ਹਾਂ ਦੇ ਸ਼ਬਦ ਬਹੁਤ ਸਾਰੇ ਨੇ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾਲ, ਜਾਂ ਪ੍ਰਿਓ ਦੇ ਧਨੈ ਦਿਲਾਸਾ ਹੈ ਧਨ। ਇਸੇ ਤਰ੍ਹਾਂ ਇਹ ਜਿਹੜਾ ਧਨ ਸ਼ਬਦ ਹੈ ਸੰਸਕ੍ਰਿਤ ਦਾ ਸ਼ਬਦ ਹੈ, ਇਹ ਧਨਕਾ ਤੋਂ ਬਣਿਆ। ਧਨਕਾ ਮੈਨੇ ਹੁੰਦਾ ਜਵਾਨ ਇਸਤਰੀ, ਧਨਕਾ ਤੋਂ ਧਨ ਬਣਿਆ। ਪਰ ਜਦੋਂ ਅਸੀਂ ਸਾਧਨ ਕਹਿੰਦੇ ਹਾਂ, ਸਾਧਨ ਸ਼ਬਦ ਬਣਿਆ ਸਾਧੂ ਤੋਂ। ਜਿਵੇਂ ਸਾਧ ਹੁੰਦਾ ਉਦਾਂ ਸਾਧਵੀ ਹੁੰਦੀ ਹੈ। ਸਾਧਵੀ ਨੂੰ ਗੁਰਬਾਣੀ ਵਿੱਚ ਸਾਧਨ ਕਹਿ ਕੇ ਸੰਬੋਧਨ ਕੀਤਾ ਗਿਆ। ਸਾਧਨ, ਜਿਹੜੀ ਸਾਧਨਾ ਕਰਨ ਵਾਲੀ ਹੈ, ਸਾਧਨਾ ਕਰਨ ਵਾਲੀ, ਸਾਧਨਾ ਕਰਨ ਵਾਲਾ ਸਾਧ,
ਤੇ ਉਹਦਾ ਇਸਤਰੀ ਲਿੰਗ ਸਾਧਨਾ ਕਰਨ ਵਾਲੀ ਸਾਧਨ। ਇਸ ਕਰਕੇ ਇਹਨੂੰ ਸਾ ਧਨ ਪਾਠ ਕਰਨਾ ਜਿਹੜਾ ਹੈ ਉਹ ਉਕਾਈ ਮੰਨਿਆ ਜਾਏਗਾ। ਸਾ ਧਨ ਦੋ ਅਲੱਗ-ਅਲੱਗ ਸ਼ਬਦ ਨਹੀਂ ਹਨ। ਸਾਧਨ ਮੈਨੇ ਸਾਧਨਾ ਕਰਨ ਵਾਲੀ ਜੀਵ ਇਸਤਰੀ। ਜਿਵੇਂ ਸਾਧਨਾ ਕਰਨ ਵਾਲਾ ਸਾਧੂ ਜਾਂ ਸਾਧ, ਉਦਾਂ ਹੀ ਸਾਧਵੀ ਨੂੰ ਸਾਧਨ ਕਹਿ ਦਿੱਤਾ ਗਿਆ। ਸਾਧਨ ਸਭ ਰਸ ਚੋਲੇ। ਹੁਣ ਜਿਹਨੇ ਸਾਧਨਾ ਕੀਤੀ ਪ੍ਰਭੂ ਪਤੀ ਦੀ, ਰੱਬ ਦੀ, ਸੱਚੇ ਦੀ, ਗੁਣਾਂ ਦੀ, ਫਿਰ ਉਹ ਕੀ ਕਰਦੀ ਹੈ? ਉਸ ਪ੍ਰਭੂ ਨੂੰ ਸਾਧਨ ਵਾਲੀ ਜਿਹੜੀ ਹੈ ਸਭ ਰਸ ਚੋਲੇ ਅੰਕ ਸਮਾਣੀਆਂ। ਸਭ ਰਸ ਮੈਨੇ ਸਾਰੇ ਰਸ, ਸਾਰੇ ਆਨੰਦ ਚੋਲੇ ਮੈਨੇ ਮਾਣਦੀ ਹੈ, ਖਾਂਦੀ ਹੈ। ਪ੍ਰਭੂ ਦੇ ਮਿਲਾਪ ਦੇ ਸਾਰੇ ਰਸੋਂ ਮਾਣਦੀ ਹੈ। ਪ੍ਰਭੂ ਦੇ ਮਿਲਾਪ ਦੇ ਵਿੱਚੋਂ ਜੁੜ ਜਾਂਦੀ ਹੈ। ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ। ਤੇ ਅੰਕ ਸਮਾਣੀਆਂ ਮੈਨੇ ਉਹ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਰਹਿੰਦੀ ਹੈ, ਪ੍ਰਭੂ ਦੇ ਅੰਗ ਚ ਸਮਾ ਜਾਂਦੀ ਹੈ। ਪ੍ਰਭੂ ਦੇ ਅੰਕ ਮੈਨੇ ਅੰਗ ਮੈਨੇ ਪੱਖ, ਪ੍ਰਭੂ ਦੇ ਵਿੱਚ ਸਮਾ ਜਾਂਦੀ ਹੈ, ਅੰਗ ਚ ਸਮਾ ਜਾਂਦੀ ਹੈ। ਹੁਣ ਪ੍ਰਭੂ ਚ ਕਿਵੇਂ ਸਮਾਇਆ ਜਾਂਦਾ ਹੈ? ਪ੍ਰਭੂ ਕੀ ਹੈ? ਪ੍ਰਭੂ ਸੱਚ ਹੈ। ਜਿਹੜਾ ਸੱਚ ਬੋਲੇਗਾ ਸੱਚ ਸਮਾ ਜਾਏਗਾ। ਪ੍ਰਭੂ ਦਇਆਲੂ ਹੈ, ਜਿਹੜਾ ਦਇਆ ਕਰੇਗਾ ਦਇਆ ਚ ਸਮਾ ਜਾਏਗਾ। ਪ੍ਰਭੂ ਨਿਰਵੈਰ ਹੈ, ਜਿਹੜਾ ਨਿਰਵੈਰਤਾ ਦੀ ਭਾਵਨਾ ਰੱਖੇਗਾ ਉਹ ਪ੍ਰਭੂ ਚ ਸਮਾ ਜਾਏਗਾ। ਪ੍ਰਭੂ ਪ੍ਰੇਮ ਰੂਪ ਹੈ, ਜਿਹੜਾ ਪ੍ਰੇਮ ਨਾਲ ਸਾਂਝ ਪਾਏਗਾ ਉਹ ਰੱਬ ਚ ਸਮਾ ਜਾਏਗਾ। ਭਾਵ ਪ੍ਰਭੂ ਚ ਜਿਹਨੇ ਸਮਾਣਾ ਹੈ ਉਹਨੂੰ ਰੱਬੀ ਗੁਣਾਂ ਵਿੱਚ ਸਮਾਣਾ ਪਏਗਾ, ਉਹਨੂੰ ਪ੍ਰਭੂ ਦੇ ਵਿੱਚ ਸਮਾਣਾ ਪਏਗਾ। ਭਾਵ ਰੱਬੀ ਪ੍ਰਭੂ ਦੇ ਵਿੱਚ ਸਮਾ ਕੇ ਹੀ ਉਹ ਰੱਬ ਵਰਗਾ ਹੋ ਸਕਦਾ ਹੈ, ਰੱਬ ਵਰਗਾ ਹੋ ਜਾਂਦਾ ਹੈ। ਰੱਬੀ ਗੁਣਾਂ ਦੇ ਵਿੱਚ ਹੀ ਸਮਾ ਕੇ ਉਹ ਰੱਬ ਵਰਗਾ ਹੋ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਾ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਜਾਂ ਅਸੀਂ ਪੜ੍ਹਦੇ ਹਾਂ ਨਦਰੀ ਕਰਮ ਪਵੈ ਨਿਸ਼ਾਨ। ਬਖਸ਼ਿਸ਼ ਦਾ ਨਿਸ਼ਾਨ ਮੱਥੇ ਪੈ ਜਾਂਦਾ ਹੈ, ਬਖਸ਼ਿਸ਼ ਦਾ ਨਿਸ਼ਾਨ ਮੱਥੇ ਪੈ ਜਾਂਦਾ ਹੈ। ਭਾਵ ਉਹਦੇ ਵਿੱਚੋਂ ਰੱਬੀ ਗੁਣ ਝਲਕਦਾ ਹੈ, ਉਹਦੇ ਮੱਥੇ ਚ ਰੱਬੀ ਗੁਣ ਝਲਕਦਾ ਹੈ। ਜਿਵੇਂ ਸਾਹਿਬਜ਼ਾਦਿਆਂ ਦੇ ਮੱਥੇ ਤੇ ਨਿਸ਼ਾਨ ਪੈ ਗਿਆ ਨਿਰਭੈਤਾ ਦਾ। ਮੌਤ ਉਹਨੂੰ ਡਰਾ ਨਹੀਂ ਸਕਦੀ, ਉਹ ਨਿਰਭੈ ਨੇ, ਉਹਨਾਂ ਦਾ ਮੱਥਾ ਚਮਕਦਾ, ਦੱਸਦਾ ਅਸੀਂ ਨਿਰਭੈ ਹਾਂ, ਸਾਨੂੰ ਕੋਈ ਡਰ ਨਹੀਂ। ਜਿਵੇਂ ਭਾਈ ਕਨ੍ਹਈਆ ਦੇ ਮੱਥੇ ਚੋਂ ਨਿਰਵੈਰਤਾ ਦਾ ਨਿਸ਼ਾਨ ਝਲਕਦਾ ਹੈ ਕਿ ਕਿਸੇ ਨਾਲ ਵੈਰ ਹੈ ਹੀ ਨਹੀਂ, ਕਿਸੇ ਨਾਲ ਵੀ ਵੈਰ ਨਹੀਂ ਹੈ, ਵੈਰ ਤੋਂ ਰਹਿਤ, ਜਿਹਦੇ ਵਿੱਚ ਕੋਈ ਵੈਰ ਦੀ ਭਾਵਨਾ ਨਹੀਂ ਹੈ। ਇਸੇ ਤਰ੍ਹਾਂ ਹੁਣ ਉਹ ਜਿਹੜੀ ਅੰਕ ਸਮਾਣੀਆਂ ਮੈਨੇ, ਜਦੋਂ ਰੱਬੀ ਗੁਣਾਂ ਵਿੱਚੋਂ ਜੀਵ ਇਸਤਰੀ ਸਮਾ ਜਾਂਦੀ ਹੈ, ਉਹਦੇ ਵਿੱਚੋਂ ਰੱਬੀ ਗੁਣ ਝਲਕਦੇ ਨੇ, ਉਹ ਰੱਬੀ ਗੁਣਾਂ ਨੂੰ ਮਾਣਦੀ ਹੈ, ਉਹਦੇ ਮੱਥੇ ਚੋਂ ਸੱਚ ਝਲਕਦਾ ਹੈ, ਉਹਦੇ ਮੱਥੇ ਚੋਂ ਪ੍ਰੇਮ ਝਲਕਦਾ ਹੈ। ਸਾਧਨ ਸਭ ਰਸ ਚੋਲੇ। ਉਹ ਜੀਵ ਇਸਤਰੀ ਸਾਧਨਾ ਕਰਨ ਵਾਲੀ, ਪ੍ਰਭੂ ਦੇ ਗੁਣਾਂ ਨਾਲ ਜੁੜਨ ਵਾਲੀ, ਮਨ ਨੂੰ ਸਾਰੇ ਰਸਾਂ ਨੂੰ ਮਾਣਦੀ ਹੈ, ਆਨੰਦ ਨੂੰ ਮਾਣਦੀ ਹੈ, ਰੱਬੀ ਮਿਲਾਪ ਨੂੰ ਮਾਣਦੀ ਹੈ। ਇਹ ਚ ਸਾਰੇ ਰਸ ਰੱਬੀ ਸਾਰੇ ਗੁਣਾਂ ਨੂੰ ਮਾਣਦੀ ਹੈ। ਅੰਕ ਸਮਾਣੀਆਂ ਉਹ ਪ੍ਰਭੂ ਚ ਸਮਾ ਗਈ, ਦਇਆ ਦਾ ਰੂਪ ਹੋ ਗਈ, ਉਹ ਰੱਬ ਚ ਸਮਾ ਗਈ, ਪ੍ਰੇਮ ਦਾ ਰੂਪ ਹੋ ਗਈ, ਉਹ ਪ੍ਰਭੂ ਚ ਸਮਾ ਗਈ, ਨਿਰਭੈਤਾ ਨਿਰਵੈਰਤਾ ਦਾ ਰੂਪ ਹੋ ਗਈ, ਤੇ ਨਿਰਭੈਤਾ ਨੂੰ ਮਾਣਦੀ ਹੈ, ਨਿਰਵੈਰਤਾ ਨੂੰ ਮਾਣਦੀ ਹੈ, ਦਇਆ ਨੂੰ ਮਾਣਦੀ ਹੈ, ਪ੍ਰੇਮ ਨੂੰ ਮਾਣਦੀ ਹੈ, ਸੱਚਾਈ ਨੂੰ ਮਾਣਦੀ ਹੈ। ਜਿੰਨੇ ਗੁਣਾਂ ਦੇ ਰਸ ਨੇ ਉਹਨਾਂ ਰਸਾਂ ਨੂੰ ਮਾਣਦੀ ਹੈ। ਹੁਣ ਰਸ ਕਿਵੇਂ ਮਾਣੇ ਜਾਂਦੇ ਨੇ? ਜੇ ਕੋਈ ਗੰਨੇ ਦਾ ਰਸ ਪੀਏਗਾ ਉਹ ਗੰਨੇ ਦੇ ਰਸ ਨੂੰ ਮਾਣ ਲਏਗਾ, ਜੇ ਕੋਈ ਸੰਤਰੇ ਦਾ ਰਸ ਪੀਏਗਾ ਸੰਤਰੇ ਦੇ ਰਸ ਨੂੰ ਮਾਣ ਲਏਗਾ, ਕੋਈ ਸੇਬਾਂ ਦਾ ਰਸ ਪੀਏਗਾ ਸੇਬਾਂ ਦੇ ਰਸ ਨੂੰ ਮਾਣ ਲਏਗਾ। ਕਹੇਗਾ ਮੈਂ ਸੇਬਾਂ ਦੇ ਰਸ ਨੂੰ ਮਾਣਿਆ, ਕਿਉਂ? ਕਿਉਂਕਿ ਮੈਂ ਸੇਬ ਨੂੰ ਅੰਗੀਕਾਰ ਕੀਤਾ। ਏਦਾਂ ਹੀ ਜਦੋਂ ਕੋਈ ਦਇਆ ਨੂੰ ਅੰਗੀਕਾਰ ਕਰਦਾ ਹੈ, ਦਇਆ ਨੂੰ ਮਾਣ ਲੈਂਦਾ ਹੈ। ਜਦੋਂ ਕੋਈ ਨਿਰਵੈਰਤਾ ਨੂੰ ਵਰਤਦਾ ਹੈ, ਨਿਰਵੈਰਤਾ ਦਾ ਰਸ ਮਾਣ ਲੈਂਦਾ ਹੈ। ਜਦੋਂ ਕੋਈ ਪ੍ਰੇਮ ਨੂੰ ਵਰਤਦਾ ਹੈ, ਉਹ ਪ੍ਰੇਮ ਦਾ ਰਸ ਮਾਣ ਲੈਂਦਾ ਹੈ। ਜਦੋਂ ਕੋਈ ਸੱਚਾਈ ਨੂੰ ਵਰਤਦਾ ਹੈ, ਸੱਚਾਈ ਦਾ ਰਸ ਮਾਣ ਲੈਂਦਾ ਹੈ। ਮਨੋਂ ਸਾਰੇ ਰੱਬੀ ਗੁਣਾਂ ਦੇ ਰਸ ਨੂੰ ਉਹ ਸਾਧਨ ਮਾਣਦੀ ਹੈ, ਪ੍ਰਭੂ ਚ ਸਮਾ ਜਾਂਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਵਚਨ, ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾ ਪ੍ਰਭ ਭਾਣੀ, ਸਾ ਸੁਹਾਗਣ ਨਾਰੇ। ਹਰ ਅੰਕ ਸਮਾਣੀ, ਹਰੀ ਦੇ ਅੰਕ ਦੇ ਵਿੱਚ, ਪ੍ਰਭੂ ਦੇ ਅੰਕ ਦੇ ਵਿੱਚ ਸਮਾ ਗਈ, ਪ੍ਰਭੂ ਚਰਨਾਂ ਦੇ ਵਿੱਚ ਉਹ ਲੀਨ ਹੋ ਗਈ। ਹਰ ਅੰਕ ਸਮਾਣੀ, ਕਦੋਂ ਸਮਾਈ? ਉਹਦੇ ਗੁਣਾਂ ਚ ਸਮਾ ਜਾਂਦੀ ਹੈ, ਰੱਬੀ ਗੁਣਾਂ ਦਾ ਰੂਪ ਹੋ ਜਾਂਦੀ ਹੈ, ਰੱਬੀ ਗੁਣਾਂ ਚ ਅਭੇਦ ਹੋ ਜਾਂਦੀ ਹੈ। ਕਦੋਂ ਹੁੰਦੀ ਹੈ?
ਜਾ ਪ੍ਰਭ ਭਾਣੀ, ਜਦੋਂ ਪ੍ਰਭੂ ਨੂੰ ਭਾ ਜਾਂਦੀ ਹੈ। ਪ੍ਰਭੂ ਨੂੰ ਭਾਣਾ ਮੈਨੇ ਜਦੋਂ ਉਹਦੇ ਹੁਕਮਾਂ ਦੇ ਵਿੱਚ ਆ ਜਾਂਦੀ ਹੈ, ਉਹਦੇ ਨਿਯਮਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਦੀ ਹੈ, ਉਦੋਂ ਜਦੋਂ ਰੱਬੀ ਨਿਯਮਾਂ ਦੇ ਵਿੱਚ ਚੱਲ ਪੈਂਦੀ ਹੈ, ਉਦੋਂ ਸਮਾ ਜਾਂਦੀ ਹੈ ਰੱਬੀ ਗੁਣਾਂ ਦੇ ਵਿੱਚ, ਰੱਬੀ ਨਿਯਮਾਂ ਦੇ ਵਿੱਚ ਸਮਾ ਕੇ। ਹਰ ਅੰਕ ਸਮਾਣੀ ਜਾ ਪ੍ਰਭ ਭਾਣੀ, ਜਦੋਂ ਪ੍ਰਭੂ ਦੇ ਭਾਣੇ ਦੇ ਵਿੱਚ ਆ ਜਾਂਦੀ ਹੈ, ਉਦੋਂ ਰੱਬੀ ਗੁਣਾਂ 'ਚ ਸਮਾ ਜਾਂਦੀ ਹੈ, ਉਹਦੇ ਨਿਯਮਾਂ ਦੇ ਵਿੱਚ ਆ ਕੇ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਕੇ ਪ੍ਰਭੂ ਦਾ ਰੂਪ ਹੋ ਜਾਂਦੀ ਹੈ। ਸਾ ਸੁਹਾਗਣ ਨਾਰੇ, ਉਹੀ ਨਾਰ ਸੁਹਾਗਣ ਹੈ, ਉਹੀ ਧਰਮੀ ਪੁਰਖ ਹੈ, ਉਹੀ ਪ੍ਰਭੂ 'ਚ ਮਿਲਿਆ ਹੋਇਆ ਹੈ, ਜਿਹੜਾ ਰੱਬੀ ਹੁਕਮਾਂ ਦੇ ਵਿੱਚ ਚੱਲਦਾ ਹੈ। ਹੁਣ ਕਿਵੇਂ ਚੱਲੇ ਰੱਬੀ ਹੁਕਮਾਂ 'ਚ? ਪ੍ਰਭੂ ਨੂੰ ਕਿਵੇਂ ਕੋਈ ਭਾਵੇ, ਕਿਵੇਂ ਕੋਈ ਹਰੀ ਦੇ ਅੰਕ 'ਚ ਸਮਾਵੇ? ਉਹਦੇ ਲਈ ਗੁਰੂ ਜੀ ਨੇ ਫਿਰ ਅੱਗੇ ਬਚਨ ਕੀਤਾ, ਨਵ ਘਰ ਥਾਪ, ਨਹਿਲ ਘਰ ਊਚੋ, ਨਿਜ ਘਰ ਵਾਸ ਮੁਰਾਰੇ। ਹਾਂ, ਇੱਥੇ ਇੱਕ ਗੱਲ ਨੂੰ ਸਮਝ ਲਿਓ, ਹਰ ਅੰਕ ਸਮਾਣੀ ਜਾ ਪ੍ਰਭ ਭਾਣੀ, ਜਾ ਪ੍ਰਭ ਭਾਣੀ ਸਾ ਸੁਹਾਗਣ ਨਾਰੇ। ਜਦੋਂ ਜੀਵ ਇਸਤਰੀ ਪ੍ਰਭੂ ਨੂੰ ਭਾ ਜਾਂਦੀ ਹੈ, ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਦੋਂ ਇੱਥੇ ਜਾਂ ਪਾਠ ਹੋਏਗਾ, ਜਾਂ ਪ੍ਰਭ ਭਾਣੀ, ਜਦੋਂ ਪ੍ਰਭੂ ਨੂੰ ਭਾ ਜਾਏ। ਜਾਂ ਤੇ ਜਾ ਦੇ ਵਿੱਚ ਫਰਕ ਜ਼ਰੂਰ ਯਾਦ ਰੱਖਿਓ, ਕਿੱਥੇ ਜਾ ਬੋਲਣਾ ਹੈ ਤੇ ਕਿੱਥੇ ਜਾਂ ਬੋਲਣਾ ਹੈ। ਜਿੱਥੇ ਤੇ ਯੋਜਕ ਆ ਜਾਏ, ਕੰਜੰਕਸ਼ਨ ਆ ਜਾਏ, ਯੋਜਕ ਇਹਨੂੰ ਕਹਿੰਦੇ ਨੇ ਜਿਹੜਾ ਦੋ ਵਾਕਾਂ ਨੂੰ ਜੋੜਦਾ ਹੈ। ਜਾਂ ਤੇ ਮੈਂ ਸਕੂਲ ਜਾਵਾਂਗਾ, ਜਾਂ ਫਿਰ ਮੈਂ ਗੁਰਦੁਆਰਾ ਸਾਹਿਬ ਜਾਵਾਂਗਾ। ਜਾਂ ਜਦੋਂ ਵਾਸਤੇ ਵੀ ਲਫ਼ਜ਼ ਆਇਆ ਗੁਰਬਾਣੀ 'ਚ, ਜਦੋਂ ਤੁਸੀਂ ਆਓਗੇ ਉਦੋਂ ਮੈਂ ਖਾਣਾ ਖਾਵਾਂਗਾ, ਜਦੋਂ ਉਹ ਗੁਰਦੁਆਰਾ ਸਾਹਿਬ ਜਾਏਗਾ ਤਾਂ ਹੀ ਜਾ ਕੇ ਮੱਥਾ ਟੇਕੇਗਾ। ਜਦੋਂ ਇਸ ਤਰ੍ਹਾਂ ਆ ਜਾਏ ਉਦੋਂ ਬਿੰਦੀ ਸਹਿਤ ਉਚਾਰਨ ਹੁੰਦਾ ਹੈ, ਜਿਵੇਂ ਨਾਨਕ ਜਾਂ ਭਾਵੇ ਤਾਂ ਲੈ ਸਮਾਏ, ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ। ਉਦੋਂ ਜਾਂ ਤੇ ਤਾਂ ਬਿੰਦੀ ਨਾਲ ਉਚਾਰਨ ਹੋਏਗਾ। ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ, ਜਦੋਂ ਮੈਨੂੰ ਦੁੱਖ ਲੱਗਦਾ ਮੈਂ ਤਾਂ ਤੈਨੂੰ ਸੰਭਾਲ ਲੈਂਦਾ, ਤੈਨੂੰ ਯਾਦ ਕਰ ਲੈਂਦਾ। ਪਰ ਜਦੋਂ ਇਹ ਸ਼ਬਦ ਪੜਨਾਉ ਦੇ ਤੌਰ ਤੇ ਵਰਤਿਆ ਜਾਵੇ, ਜਿਸ ਵਾਸਤੇ, ਉਸ ਵਾਸਤੇ, ਤਿਸ ਵਾਸਤੇ, ਕਿਸ ਵਾਸਤੇ, ਉਦੋਂ ਜਾ, ਤਾ, ਕਾ, ਵਾ ਇਦਾਂ ਦੇ ਸ਼ਬਦ ਆਣਗੇ ਬਿੰਦੀ ਤੋਂ ਬਿਨਾਂ। ਜਾਕਾ ਸਭ ਕੁਛ ਤਾਕਾ ਹੋਏ, ਜਾਕਾ ਮੈਨੇ ਜਿਸ ਦਾ ਰਚਿਆ ਹੋਇਆ ਸਾਰਾ ਸੰਸਾਰ ਸਭ ਕੁਛ ਤਾਕਾ ਹੋਏ, ਉਹ ਉਸੇ ਦਾ ਹੀ ਹੈ, ਉਸ ਸੇਵਕ ਦਾ ਹੀ ਬਣ ਜਾਂਦਾ ਹੈ। ਨਾਨਕ ਤਾਕੋ ਸਦਾ ਸੁਖ ਹੋਏ, ਤਾਕੋ ਮੈਨੇ ਉਸ ਨੂੰ, ਜਿੱਥੇ ਇਸ ਤਿਸ ਆ ਜਾਵੇ ਉੱਥੇ ਬਿੰਦੀ ਨਹੀਂ ਲੱਗਦੀ। ਜਾਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਾਕਾ ਮੈਨੇ ਉਸ ਦਾ ਮਨ ਨਾਮ, ਵਾਕਾ ਮੈਨੇ ਉਹਦਾ, ਵਾਕਿਆ ਹਿਰਦੇ ਬਸੈ ਭਗਵਾਨ, ਵਾਕੇ ਮੈਨੇ ਉਸਦੇ। ਬਸ ਇਹ ਧਿਆਨ ਰੱਖਣ ਵਾਲੀ ਥੋੜੀ ਜਿਹੀ ਗੱਲ ਹੈਗੀ ਹੈ, ਇੱਥੇ ਜਾਂ ਪਾਠ ਆਏਗਾ, ਜਾਂ ਨਹੀਂ। ਜਾਂ ਮੈਨੇ ਜਦੋਂ, ਹਰ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੁਹਾਗਣ ਨਾਰੇ। ਹੁਣ ਸੁਹਾਗਣ ਕੋਈ ਕਿਵੇਂ ਬਣੇ, ਕਿਵੇਂ ਕੋਈ ਪ੍ਰਭੂ ਚ ਸਮਾ ਜਾਏ? ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਨਵ ਘਰ ਥਾਪ, ਮਹਿਲ ਘਰ ਊਚੋ, ਨਿਜ ਘਰ ਵਾਸ ਮੁਰਾਰੇ। ਨਵ ਘਰ ਥਾਪ, ਨਾ ਮੈਨੇ ਨੌ, ਘਰ ਮੈਨੇ ਇੰਦਰੇ, ਥਾਪ ਮੈਨੇ ਟਿਕਾ ਕੇ, ਜੁਗਤ ਵਿੱਚ ਲਿਆ ਕੇ। ਇਹਨਾਂ 9 ਇੰਦਰੀਆਂ ਨੂੰ ਜੁਗਤ ਵਿੱਚ ਲੈ ਕੇ ਆਣਾ, ਭਾਵ ਇੰਦਰੀਆਂ ਨੂੰ ਟਿਕਾ ਚ ਲੈ ਕੇ ਆਣਾ। ਅੱਖਾਂ ਇਹ ਪਰ ਧਨ ਪਰ ਰੂਪ ਨਾ ਦੇਖਣ, ਸਾਰਿਆਂ ਚ ਰੱਬ ਦੇ ਦਰਸ਼ਨ ਕਰਨ। ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕੰਨ ਜਿਹੜੇ ਨੇ ਉਹ ਨਿੰਦਿਆ ਚੁਗਲੀ ਝੂਠ ਨਾ ਸੁਣਨ, ਸੱਚ ਨੂੰ ਸੁਣਨਾ ਸ਼ੁਰੂ ਕਰ ਦੇਣ, ਜੁਗਤ ਵਿੱਚ ਆ ਜਾਣ, ਕੰਨ ਕਾਬੂ ਚ ਆ ਜਾਣ। ਇਹ ਸਰਵਣੋਂ ਮੇਰੇ ਹੋ ਸੱਚਾ ਸੁਣਨ ਨੂੰ ਪਠਾਏ, ਤਾਂ ਹੀ ਕੰਨਾਂ ਨੂੰ ਸੰਬੋਧਨ ਕੀਤਾ ਗੁਰੂ ਜੀ ਨੇ। ਇਹ ਜਿਹੜੀ ਜ਼ੁਬਾਨ ਹੈ ਇਹ ਕਾਬੂ ਚ ਆ ਜਾਏ, ਜ਼ੁਬਾਨ ਸੱਚ ਬੋਲੇ, ਰੱਬ ਦੀ ਸਿਫਤ ਸਲਾਹ ਕਰੇ, ਜ਼ੁਬਾਨ ਦੇ ਨਾਲ ਰੱਬ ਦੀ ਸਿਫਤ ਸਲਾਹ ਹੋਵੇ। ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ, ਜ਼ੁਬਾਨ ਤੋਂ ਪ੍ਰਭੂ ਨੂੰ ਸਿਮਰਨਾ। ਇਹਦੇ ਤੋਂ ਇਲਾਵਾ ਹੱਥਾਂ ਦੇ ਨਾਲ ਸ਼ੁਭ ਕਰਮ ਕਰਨੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪੈਰਾਂ ਨਾਲ ਚੰਗੇ ਪਾਸੇ ਜਾਣਾ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ
ਜਪੀਏ ਹਰ ਵੇਲੇ। ਇਹਨਾਂ ਇੰਦਰੀਆਂ ਨੂੰ ਕੰਟਰੋਲ ਵਿੱਚ ਕਰ ਲੈਣਾ। ਨਵ ਕਰ ਥਾਪ, ਇਹਨਾਂ 9 ਇੰਦਰੀਆਂ ਨੂੰ ਜੁਗਤ ਵਿੱਚ ਰੱਖ ਕੇ ਮਹਿਲ ਘਰ ਉੱਚੋ। ਨਵ ਕਰ ਥਾਪ, 9 ਇੰਦਰੀਆਂ ਨੂੰ ਥਾਪ ਕੇ ਜੁਗਤ ਵਿੱਚ ਆਪਣੇ ਅਧੀਨ ਕਰਕੇ ਟਿਕਾ ਕੇ, ਉਸ ਤੋਂ ਬਾਅਦ ਮਹਿਲ ਘਰ ਉੱਚੋ, ਜਿਹੜਾ ਪ੍ਰਭੂ ਦਾ ਮਹਿਲ ਉੱਚਾ ਘਰ ਹੈ, ਉਸ ਉੱਚੇ ਘਰ ਨਾਲ ਸਾਂਝ ਪਾਣੀ, ਉੱਚੇ ਦੇ ਨਾਲ ਸਾਂਝ ਪਾ ਲੈਣੀ। ਸਾਡੀ ਸੋਚ ਨੀਵੀਂ ਹੈ, ਸਾਡੀ ਸੁਰਤ ਨੀਵੀਂ ਹੁੰਦੀ ਹੈ, ਅਸੀਂ ਨੀਵੇਂ ਕਰਮ ਕਰਦੇ ਹਾਂ, ਵਿਕਾਰੀ ਕਰਮ ਕਰਦੇ ਹਾਂ। ਪਰ ਜਦੋਂ ਸਾਡੀ ਸੋਚ ਉੱਚੀ ਹੋ ਜਾਂਦੀ ਹੈ, ਅਸੀਂ ਉੱਚੇ ਦੇ ਨਾਲ ਸਾਂਝ ਪਾ ਲੈਂਦੇ ਹਾਂ। ਸੁਭਾਵਕ ਉੱਚੇ ਤੱਕ ਪਹੁੰਚਣਾ ਹੋਵੇ, ਸਾਨੂੰ ਉੱਚਾ ਉੱਠਣਾ ਪਏਗਾ। ਤੇਵੜ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਜਿੰਨਾ ਵੱਡਾ ਉਹ ਆਪ ਹੈ, ਉਹਨਾਂ ਵੱਡਾ ਉੱਚਾ ਤੇ ਹੋਣਾ ਪਏਗਾ ਨਾ। ਜੇ ਤੇ ਪ੍ਰਭੂ ਹੈ ਉੱਚਾ, ਉਹਦਾ ਘਰ ਹੈ ਉੱਚਾ, ਜਿਹੜਾ ਪ੍ਰਭੂ ਉਹ ਉੱਚਾ ਹੈ, ਉੱਚਾ ਮੋਹਨ ਸਭ ਤੋਂ ਉੱਚਾ, ਉਹ ਸਭ ਤੋਂ ਉੱਚਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਤੇ ਉੱਚੇ ਤੱਕ ਪਹੁੰਚਣ ਵਾਸਤੇ ਫਿਰ ਇੱਕ ਇੱਕ ਕਦਮ ਉੱਚਾ ਉੱਠਣਾ ਪਏਗਾ। ਇਸੇ ਕਰਕੇ ਗੁਰਮਤ ਜਿਹੜੀ ਹੈ, ਇਸ ਦਾ ਸਪਾਟ ਰਸਤਾ ਨਹੀਂ ਹੈ, ਪੌੜੀਆਂ ਵਾਲਾ ਰਸਤਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਇੱਕ ਇੱਕ ਪੌੜੀ ਉੱਚਾ ਚੜ੍ਹਨਾ ਪੈਂਦਾ ਹੈ। ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ 21, ਇਹ ਰਸਤਾ ਪੌੜੀਆਂ ਵਾਲਾ ਹੈ। ਇੱਥੇ ਚੜ੍ਹਨਾ ਪਏਗਾ, ਹੌਲੀ ਹੌਲੀ ਉੱਚਾ ਉੱਠਣਾ ਪਏਗਾ। ਔਰ ਇਸ ਪੌੜੀਆਂ ਦੇ ਵਾਲੇ ਰਸਤੇ ਦੇ ਵਿੱਚ ਜੋ ਭੀੜਾਂ ਤੇ ਸਿੱਧੀਆਂ ਤੁਰੀਆਂ ਜਾਂਦੀਆਂ ਨੇ, ਕਬੀਰ ਜੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਕਾਟੀ ਰਾਮ ਕੀ ਤੈਂ ਚੜ ਰਹੇ ਹੋ ਕਬੀਰ। ਤੇ ਚੜ੍ਹਦਾ ਕੌਣ ਹੈ? ਜਿਹੜਾ ਆਪਣੀ ਸੁਰਤ ਨੂੰ ਉੱਚਾ ਕਰਦਾ ਹੈ। ਸਾਡੀ ਸੁਰਤ ਹੈ ਨੀਵੀਂ, ਸਾਡੀ ਸੋਚ ਹੈ ਨੀਵੀਂ, ਅਸੀਂ ਕਿਸੇ ਨੂੰ ਵੀ ਲੁੱਟਣ ਤੱਕ ਜਾਂਦੇ ਹਾਂ। ਰਾਜਨੀਤੀ ਦੇ ਵਿੱਚ ਹਾਂ ਅਸੀਂ, ਤੇ ਅਸੀਂ ਤਾਂ ਵੀ ਰਾਜਨੀਤੀ ਦੇ ਵਿੱਚ ਆ ਕੇ ਲੁੱਟਣ ਤੱਕ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ, ਰਾਜਨੀਤਿਕ ਤੌਰ ਤੇ ਲੋਕਾਂ ਦੀ ਸੋਚ ਕਿੰਨੀ ਨੀਵੀਂ ਹੋ ਜਾਂਦੀ ਹੈ। ਰਾਜਨੀਤਿਕ ਲੋਕ ਟੈਕਸ ਵਧਾ ਲੈਣਗੇ, ਆਪਣੀਆਂ ਤਨਖਾਹਾਂ ਵਧਾ ਲੈਣਗੇ, ਆਪਣੀਆਂ ਪੈਨਸ਼ਨਾਂ ਵੀ ਵਧਾ ਲੈਣਗੇ। ਆਮ ਗਰੀਬ ਆਦਮੀ ਪਿਸਦਾ ਚਲਾ ਜਾਂਦਾ ਹੈ। 2 ਨੰਬਰ ਦੇ ਧੰਦੇ ਕਰਾ ਲੈਂਦੇ ਨੇ ਰਿਸ਼ਵਤ ਲੈ ਕੇ ਰਾਜਨੀਤਿਕ ਲੋਕ, ਗਰੀਬਾਂ ਉੱਪਰ ਜ਼ੁਲਮ ਕਰਦੇ ਨੇ, ਹੱਕ ਮਾਰਦੇ ਨੇ। ਆਰਥਿਕ ਤੌਰ ਤੇ ਕਿੰਨੇ ਲੋਕ ਨੇ ਜਿਹੜੇ 2 ਨੰਬਰ ਦੇ ਧੰਦੇ ਕਰਦੇ ਨੇ, ਨਸ਼ੇ ਵੇਚਦੇ ਨੇ, ਜ਼ਹਿਰ ਵੇਚਦੇ ਨੇ, ਜਾਂ ਮਿਲਾਵਟੀ ਸਮਾਨ ਵੇਚ ਕੇ ਕਮਾਈਆਂ ਕਰ ਰਹੇ ਨੇ, ਜਾਂ ਆਪਣੇ ਤੋਂ ਨੀਵੇਂ ਮੁਲਾਜ਼ਮਾਂ ਦੇ ਹੱਕ ਮਾਰ ਰਹੇ ਨੇ, ਉਹਨਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਦੇ ਰਹੇ। ਸੋਚ ਨੀਵੀਂ ਹੈ ਨਾ। ਸਮਾਜਿਕ ਤੌਰ ਤੇ ਕਿੰਨੀ ਨੀਵੀਂ ਸੋਚ ਹੈ, ਮੈਂ ਤੇ ਉੱਚਾ ਵਾਂ, ਇਹ ਨੀਚ ਹੈ। ਜਾਤੀਵਾਦ ਦੇ ਵਿੱਚ ਲੋਕਾਂ ਦੀ ਸੋਚ ਨੀਵੀਂ ਹੋ ਚੁੱਕੀ ਹੈ। ਅਜੇ ਉੜੀਸਾ ਦੀ ਖਬਰ ਹੈ ਕਿ ਕਿਸੇ ਦੀ ਮਾਤਾ ਦੀ ਮੌਤ ਹੋ ਗਈ। ਉਹ ਬੱਚਾ ਜਿਹੜਾ ਹੈ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਲਾਉਣ ਵਾਸਤੇ ਗੁਆਂਢੀਆਂ ਨੂੰ ਆਖਦੇ ਨਾਲ ਚਲੋ। ਗੁਆਂਢੀ ਆਖਦੇ ਨੇ ਤੁਸੀਂ ਨੀਚ ਲੋਕ ਹੋ, ਅਸੀਂ ਤੁਹਾਡੀ ਅਰਥੀ ਨੂੰ ਮੋਢਾ ਨਹੀਂ ਲਾ ਸਕਦੇ। ਉਹ ਬੱਚਾ ਇਕੱਲਾ ਆਪਣੀ ਮਾਂ ਦੀ ਲਾਸ਼ ਘੜੀਸ ਕੇ ਲੈ ਕੇ ਗਿਆ ਸ਼ਮਸ਼ਾਨ ਦੇ ਵਿੱਚ, ਉਹਦਾ ਸੰਸਕਾਰ ਕੀਤਾ। ਇੰਨੀ ਸੋਚ ਸਾਡੀ ਨੀਵੀਂ ਹੈ। ਸੋਚ ਸਾਡੀ ਨੀਵੀਂ ਹੈ, ਸਮਾਜਿਕ ਤੌਰ ਤੇ ਨੀਵੀਂ ਹੈ, ਪਰਿਵਾਰਕ ਤੌਰ ਤੇ ਨੀਵੀਂ ਹੈ, ਮਿੱਤਰਾਂ ਦੇ ਨਾਲ ਸਾਡੀ ਸੋਚ ਨੀਵੀਂ ਹੈ। ਛੋਟੀ ਛੋਟੀਆਂ ਗੱਲਾਂ 'ਚ ਕਿੰਨੀ ਸਾਡੀ ਸੋਚ ਨੀਵੀਂ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਗੰਨਾ ਖਾਣਾ ਨਾ, ਨਾਲ ਮਿੱਤਰ ਖੜੇ ਤੇ ਗੰਨਾ ਤੋੜ ਕੇ ਜੜ ਵਾਲਾ ਪਾਸਾ ਆਪ ਰੱਖ ਲੈਣਾ, ਉਹਨੂੰ ਦੂਜਾ ਦੇ ਦੇਣਾ। ਪਤਾ ਵੀ ਜੜ ਵਾਲੇ ਪਾਸੇ ਮਿਠਾਸ ਜ਼ਿਆਦਾ ਹੈ, ਉਹ ਮੈਂ ਰੱਖਾਂ। ਛੱਲੀ ਵੀ ਖਾਣੀ ਹੈ ਤੇ ਛੱਲੀ ਦਾ ਉੱਪਰਲਾ ਹਿੱਸਾ ਤੋੜ ਕੇ ਦੂਜੇ ਨੂੰ ਦੇਣਾ, ਆਪ ਨਹੀਂ ਲੈਣਾ। ਉਹ ਪਤਾ ਵੀ ਛੱਲੀ ਦਾ ਹੇਠਲਾ ਹਿੱਸਾ ਮੋਟੇ ਦਾਣੇ ਨੇ, ਉੱਪਰਲੇ ਹਿੱਸੇ 'ਚ ਬਰੀਕ ਦਾਣੇ ਨੇ। ਨਿੱਕੇ ਨਿੱਕੇ ਛੋਟੇ ਛੋਟੇ ਗੱਲਾਂ ਨੇ, ਪਰ ਸਾਡੀ ਮਾਨਸਿਕਤਾ ਦੱਸ ਦਿੰਦੀ ਹੈ ਕਿ ਕਿੰਨੀਆਂ ਨੀਵੀਂ ਮਾਨਸਿਕਤਾ ਸਾਡੀ। ਸਾਡੇ ਘਰ ਪ੍ਰਾਹੁਣੇ ਆਏ, ਆਪ ਤੇ ਅਸੀਂ ਪੱਖਾ ਆਪਣੇ ਵੱਲ ਕਰ ਲਿਆ, ਪਰ ਜੇ ਮੈਂ ਆਪਣੇ ਵੱਲ ਪੱਖਾ ਕਰ ਲੈਣਾ, ਦੂਜੇ ਨੂੰ ਗਰਮੀ ਲੱਗੀ ਜਾਏ, ਇਹਦਾ ਮਤਲਬ ਸੋਚ ਨੀਵੀਂ ਹੈ। ਪਰ ਜੇ ਕਹਿੰਦਾ ਪੱਖਾ ਘੁਮਾ ਲਓ, ਸਾਰਿਆਂ ਨੂੰ ਹਵਾ ਮਿਲ ਜਾਏ, ਫਿਰ ਉੱਚੀ ਸੋਚ ਹੈ। ਜੇ ਪ੍ਰਾਹੁਣੇ ਆਏ, ਸਰਦੀਆਂ ਦੇ ਦਿਨ ਨੇ, ਆਪ ਤੇ ਮੋਟੀ ਰਜਾਈ ਲੈ ਲੈਣੀ, ਪ੍ਰਾਹੁਣਿਆਂ ਨੂੰ ਕੰਬਲ ਜਿਹਾ ਦੇ ਦੇਣਾ ਛੋਟਾ ਜਿਹਾ। ਗੱਲ ਕੀ, ਸਾਡੀ ਸੁਰਤ, ਸਾਡੀ ਸੋਚ ਨੀਵੀਂ ਹੈ। ਨੀਵੀਂ ਸੋਚ ਨਾਲ ਕਰਮ ਸਾਡੇ ਨੀਵੇਂ ਨੇ। ਜਿਸ ਦਿਨ ਸਾਡੀ ਸੁਰਤ ਉੱਚੀ ਹੋ ਜਾਏਗੀ, ਸਾਰਿਆਂ 'ਚ ਰੱਬ ਦਿਸਣਾ ਸ਼ੁਰੂ ਹੋ ਜਾਏਗਾ, ਅਸੀਂ ਰੱਬ ਦੇ ਘਰ ਪਹੁੰਚ ਜਾਵਾਂਗੇ। ਦੇਖੋ, ਰੱਬ ਦੇ ਘਰ ਪਹੁੰਚਣਾ ਕਿੰਨਾ ਆਸਾਨ ਹੈ। ਨਵ ਘਰ ਥਾਪ ਮਹਿਲ ਘਰ ਉੱਚੋ। ਉੱਚੇ ਮਹਿਲ ਘਰ ਵਿੱਚ ਪਹੁੰਚਣ ਵਾਸਤੇ ਜਦੋਂ ਅਸੀਂ ਸੁਰਤੀ ਨੂੰ ਉੱਚਾ ਚੁੱਕ ਲਵਾਂਗੇ, ਦੂਜੇ 'ਚੋਂ ਰੱਬ ਦੇਖਾਂਗੇ, ਤੇ ਦੂਜੇ 'ਚ ਰੱਬ ਦੇਖ ਕੇ ਅਸੀਂ ਉਹਦੀ ਮਦਦ ਕਰਾਂਗੇ, ਅਸੀਂ ਉਹਦੀ ਸੇਵਾ ਕਰਾਂਗੇ, ਅਸੀਂ ਉਹਦੇ 'ਚ ਰੱਬ ਦੇਖ ਕੇ ਉਹਦੀ ਸੇਵਾ ਕਰਾਂਗੇ, ਤੇ ਰੱਬ ਤੱਕ ਪਹੁੰਚ ਜਾਵਾਂਗੇ। ਕਿੰਨਾ ਸੌਖਾ ਤਰੀਕਾ ਹੈ ਰੱਬ ਤੱਕ ਪਹੁੰਚਣ ਦਾ।
ਇਹਨੂੰ ਕਹਿੰਦੇ ਨੇ ਉੱਚੇ ਮਹਿਲ ਵਿੱਚ ਜਾਣ ਵਾਸਤੇ ਸੁਰਤ ਨੂੰ ਉੱਚੀ ਕਰਨਾ। ਪ੍ਰਭੂ ਦਾ ਨਿਵਾਸ ਉੱਚੇ ਥਾਂ ਤੇ ਹੈ, ਪ੍ਰਭੂ ਦਾ ਘਰ ਉੱਚਾ ਹੈ, ਭਾਵ ਉਸ ਪ੍ਰਭੂ ਦੀ ਸੁਰਤ ਉੱਚੀ, ਉਹਦੀ ਸੋਚ ਉੱਚੀ ਹੈ। ਤੇ ਜੇ ਮੈਂ ਰੱਬ ਵਰਗਾ ਬਣਨਾ ਹੈ, ਮੈਨੂੰ ਵੀ ਰੱਬ ਵਰਗੀ ਸੋਚ ਉੱਚੀ ਕਰਨੀ ਪਏਗੀ। ਰੱਬ ਦੀ ਸੋਚ ਉੱਚੀ ਹੈ ਨਾ, ਦੇਖੋ ਕਿੰਨੀ ਉੱਚੀ ਸੋਚ ਹੈ ਰੱਬ ਦੀ। ਕਿਸੇ ਫਰਿਸ਼ਤੇ ਨੇ ਕਿਹਾ ਯਾ ਖੁਦਾ, ਕਹਾਣੀ ਹੈ ਇਹ, ਕਿਸੇ ਫਰਿਸ਼ਤੇ ਨੇ ਕਿਹਾ ਯਾ ਖੁਦਾ ਦੇਖ ਤੂੰ ਐਡਾ ਵੱਡਾ ਸੰਸਾਰ ਚਲਾ ਰਿਹਾ ਹੈ, ਸੂਰਜ, ਚੰਦਰਮਾ, ਤਾਰੇ, ਧਰਤੀ, ਬਨਸਪਤੀ, ਪੌਣ ਪਾਣੀ, ਕਿੱਡੇ ਕੰਮ ਨੇ। ਫਿਰ ਸਾਰਿਆਂ ਨੂੰ ਹਵਾ ਦੇਣੀ, ਸਾਹ ਦੇਣਾ, ਰੋਜ਼ੀ ਰੋਟੀ ਦੇਣੀ। ਚਲ ਇੱਕ ਦਿਨ ਭੰਡਾਰੇ ਦਾ ਕੰਮ ਮੈਂ ਕਰ ਦਿੰਦਾ ਵਾ, ਸਾਰਿਆਂ ਨੂੰ ਰੋਜ਼ੀ ਰੋਟੀ ਮੈਂ ਦੇ ਦਿੰਦਾ ਵਾ। ਰੱਬ ਕਹਿਣ ਲੱਗਾ ਵੀ ਤੇਰੇ ਤੋਂ ਹੋਣਾ ਨਹੀਂ ਇਹ ਕੰਮ। ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਕਰਾਂਗਾ, ਮੈਂ ਸਭ ਨੂੰ ਰੋਜ਼ੀ ਰੋਟੀ ਦਿਆਂਗਾ, ਭੁੱਖਾ ਨਹੀਂ ਸੌਣ ਦਿਆਂਗਾ, ਇੱਕ ਦਿਨ ਦੀ ਸੇਵਾ ਮੇਰੇ ਜਿੰਮੇ ਲਾ ਦਿਓ। ਰੱਬ ਕਹਿਣ ਲੱਗਾ ਠੀਕ। ਰੱਬ ਨੇ ਉਹ ਸੇਵਾ ਦੇ ਦਿੱਤੀ ਭੰਡਾਰੇ ਦੀ, ਵੀ ਅੱਜ ਸਾਰਾ ਦਿਨ ਸਾਰੇ ਜੀਵਾਂ ਜਨਤਾ ਨੂੰ ਰੋਟੀ ਤੂੰ ਦੇਣੀ ਹੈ। ਕਹਿਣ ਲੱਗਾ ਠੀਕ। ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਆਦਮੀ, ਪਸ਼ੂ, ਪੰਛੀ, ਕੀੜਾ ਮਕੌੜਾ, ਹਰ ਬਨਸਪਤੀ, ਰੁੱਖ, ਹਰ ਇੱਕ ਨੂੰ ਉਹਨੇ ਭੋਜਨ ਦਿੱਤਾ। ਸ਼ਾਮ ਹੋਈ, ਰੱਬ ਨੇ ਆ ਕੇ ਦੇਖਿਆ ਤੇ ਕੀ ਦੇਖਿਆ ਜੀ, ਇੱਕ ਆਦਮੀ 60 ਸਾਲ ਦਾ ਬਜ਼ੁਰਗ ਹੈ, ਉਹ ਭੁੱਖਾ ਬੈਠਾ ਹੈ। ਰੱਬ ਨੇ ਕਿਹਾ ਵੀ ਇਹਨੂੰ ਰੋਟੀ ਨਹੀਂ ਦਿੱਤੀ। ਕਹਿਣ ਲੱਗਾ ਰੱਬ ਜੀ ਇਹ ਰੋਟੀ ਦੇ ਯੋਗ ਨਹੀਂ, ਨਾ ਹੀ ਦਿੱਤੀ ਚ ਚੰਗਾ ਕੀਤਾ ਮੈਂ, ਇਹ ਰੋਟੀ ਦੇ ਯੋਗ ਨਹੀਂ ਹੈ। ਇਹ ਤੇ ਤੁਹਾਨੂੰ ਬੜੀਆਂ ਗਾਲਾਂ ਕੱਢਦਾ ਹੈ, ਇਹਨੇ ਤੇ ਐਡੇ ਵੱਡੇ ਪਾਪ ਕੀਤੇ ਹੋਏ ਨੇ, ਆਹ ਕੀਤਾ ਹੈ, ਇਹਨੇ ਉਹ ਕੀਤਾ ਹੈ, ਇਹ ਰੋਟੀ ਦੇ ਯੋਗ ਨਹੀਂ, ਇਹਨੂੰ ਭੁੱਖਾ ਹੀ ਮਰਨਾ ਚਾਹੀਦਾ ਹੈ। ਇਹ ਠੀਕ ਨਹੀਂ ਹੈ, ਬੰਦਾ ਚੰਗਾ ਨਹੀਂ ਹੈ, ਇਹਨੂੰ ਭੁੱਖਾ ਮਰਨ ਦੇ, ਇਹਨੂੰ ਕਾਹਨੂੰ ਰੋਟੀ ਦੇਣੀ, ਏਡਾ ਗਲਤ ਬੰਦਾ ਦੁਨੀਆ ਤੇ। ਰੱਬ ਕਹਿਣ ਲੱਗਾ ਫਿਰ ਤੇਰੇ ਤੋਂ ਇਹ ਸੇਵਾ ਨਹੀਂ ਹੋਣੀ। ਮੈਂ ਪਿਛਲੇ 60 ਸਾਲਾਂ ਤੋਂ ਉਹਦੇ ਕਰਮ ਦੇਖ ਰਿਹਾ ਵੀ ਜਿਹੋ ਜਿਹੇ ਕਰ ਰਿਹਾ, ਮੈਂ ਤੇ 3 ਟਾਈਮ ਨੂੰ ਰੋਟੀ ਦਿੰਦਾ, ਮੈਂ ਨਹੀਂ ਭੁੱਖਾ ਮਰਨ ਦਿੰਦਾ, ਤੇ ਤੂੰ ਇੱਕ ਦਿਨ ਚ ਦੇਖ ਕੇ ਉਹਦੀ ਰੋਟੀ ਖੋ ਲਈ। ਰੱਬ ਦੀ ਸੋਚ ਕਿੰਨੀ ਉੱਚੀ ਹੋਏਗੀ। ਇਸੇ ਕਰਕੇ ਅਸੀਂ ਰੱਬ ਨੂੰ ਨਿਰਵੈਰ ਕਹਿੰਦੇ ਹਾਂ। ਉਹਦੇ ਅੰਦਰ ਵੈਰ ਦੀ ਭਾਵਨਾ ਨਹੀਂ ਹੈ, ਹਰ ਇੱਕ ਨੂੰ ਸਾਹ ਦੇ ਰਿਹਾ ਹੈ। ਉਹ ਇਹ ਨਹੀਂ ਦੇਖਦਾ ਵੀ ਇਹ ਸ਼ਰਾਬ ਪੀ ਰਿਹਾ, ਇਹਨੂੰ ਮੈਂ ਸਾਹ ਨਾ ਦੇਵਾਂ, ਇਹ ਜੂਆ ਖੇਡਦਾ ਪਿਆ, ਇਹਨੂੰ ਮੈਂ ਸਾਹ ਨਾ ਦੇਵਾਂ, ਇਹ ਕਤਲ ਕਰ ਰਿਹਾ, ਇਹਨੂੰ ਮੈਂ ਸਾਹ ਨਾ ਦੇਵਾਂ, ਇਹ ਚੋਰੀ ਕਰ ਰਿਹਾ, ਇਹਨੂੰ ਸਾਹ ਨਾ ਦੇਵਾਂ। ਸਾਹ ਵੀ ਦੇ ਰਿਹਾ ਹੈ, ਰੋਟੀ ਵੀ ਦੇ ਰਿਹਾ ਹੈ, ਪਾਣੀ ਵੀ ਦੇ ਰਿਹਾ ਹੈ, ਕੱਪੜੇ ਵੀ ਦੇ ਰਿਹਾ ਹੈ, ਘਰ ਵੀ ਦੇ ਰਿਹਾ ਹੈ, ਹਰ ਚੀਜ਼ ਉਹਨੂੰ ਦੇ ਰਿਹਾ ਹੈ। ਇਹਦਾ ਮਤਲਬ ਰੱਬ ਦੀ ਸੋਚ ਬੜੀ ਉੱਚੀ ਹੈ। ਤੇ ਜਿਸ ਦਿਨ ਸਾਡੀ ਸੋਚ ਵੀ ਰੱਬ ਵਰਗੀ ਹੋ ਜਾਏਗੀ, ਉਸ ਦਿਨ ਅਸੀਂ ਵੀ ਬਿਨਾਂ ਵਿਤਕਰੇ ਦੇ ਸੰਸਾਰ ਦੇ ਜੀਵਨ ਚ ਸੇਵਾ ਕਰਾਂਗੇ। ਸਾਡੀ ਸੋਚ ਇੰਨੀ ਉੱਚੀ ਹੋ ਜਾਏਗੀ ਜਿਵੇਂ ਭਾਈ ਕਨਈਆ ਜੀ ਦੀ। ਜਦੋਂ ਉਹ ਜਲ ਛਕਾਉਂਦੇ ਨੇ, ਥੋੜਾ ਦੇਖਦੇ ਨੇ ਵੀ ਸਿੱਖ ਹੈ ਕਿ ਦੁਸ਼ਮਣ ਹੈ, ਆ ਸਾਹਮਣੇ ਲੋੜਵੰਦ ਹੈ, ਬਸ ਜਿਹੜਾ ਲੋੜਵੰਦ ਹੈ ਉਹਨੂੰ ਜਲ ਛਕਾ ਦਿੰਦੇ ਨੇ। ਇਸ ਗੱਲ ਦੀ ਸਮਝ ਹੁਣ ਜਾ ਕੇ ਦੁਨੀਆ ਨੂੰ ਪਈ। ਰੈੱਡ ਕਰਾਸ ਸੰਸਥਾ ਜਿਹੜੀ ਹੈ, ਉਹ ਮੈਦਾਨੇ ਜੰਗ ਵਿੱਚ ਬਿਨਾਂ ਵਿਤਕਰੇ ਦੇ ਸਭ ਨੂੰ ਭੋਜਨ ਪਾਣੀ ਦਿੰਦੀ ਹੈ, ਮਲਮ ਪੱਟੀਆਂ ਕਰਦੀ ਹੈ, ਉਹਨਾਂ ਦੇ ਤੰਬੂ ਤੱਕ ਛੱਡ ਕੇ ਆਉਂਦੀ ਹੈ, ਲਾਸ਼ਾਂ ਦਾ ਸੰਸਕਾਰ ਕਰਦੀ ਹੈ। ਤੇ ਇਹ ਜਿਹੜਾ ਸਿਧਾਂਤ ਹੈ, ਇਹ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਆਰੰਭ ਹੋ ਗਿਆ ਸੀ। ਪਰ ਅਸੀਂ ਇਹ ਸਿਧਾਂਤ ਦੁਨੀਆ ਨੂੰ ਦੱਸ ਨਹੀਂ ਸਕੇ ਵੀ ਇਹ ਭਾਈ ਕਨਈਆ ਵਾਲੀ ਰੈੱਡ ਕਰਾਸ ਵਾਲੀ ਰੀਤ ਸਾਡੇ ਘਰ ਦੀ ਰੀਤ ਹੈ ਇਹ। ਪਰ ਭਾਈ ਕਨਈਆ ਤੋਂ ਠੀਕ 200 ਸਾਲ ਬਾਅਦ ਰੈੱਡ ਕਰਾਸ ਸੰਸਥਾ ਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ, ਅਸੀਂ ਬਿਨਾਂ ਵਿਤਕਰੇ ਦੀ ਸੇਵਾ ਕਰਦੇ ਹਾਂ। ਪਰ ਰੈੱਡ ਕਰਾਸ ਤੋਂ 200 ਸਾਲ ਪਹਿਲਾਂ ਇਹ ਗੁਰੂ ਨਾਨਕ ਦੇ ਘਰ ਦੀ ਦੇਣ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ। ਦੁਨੀਆ ਨੂੰ ਕਿਸ ਦਿਨ ਦੱਸਾਂਗੇ, ਕਦੋਂ ਦੱਸਾਂਗੇ ਸੰਸਾਰ ਨੂੰ? ਰੱਬ ਦੀ ਸੋਚ ਉੱਚੀ ਹੈ, ਉਹਦਾ ਕਿਸੇ ਨਾਲ ਵਿਤਕਰਾ ਨਹੀਂ, ਉਹ ਨਿਰਵੈਰ ਹੈ, ਉਹ ਦਇਆਲੂ ਹੈ, ਉਹ ਸਭ ਤੇ ਤਰਸ ਬਰਾਬਰ ਖਾਂਦਾ ਹੈ। ਤੇ ਜਿਸ ਦਿਨ ਮੈਂ ਆਪਣੀ ਸੋਚ ਉੱਚੀ ਕਰ ਲਵਾਂਗਾ, ਸਾਰਿਆਂ ਚੋਂ ਰੱਬ ਦੇਖ ਕੇ ਉਹਦੀ ਸੇਵਾ ਕਰਾਂਗਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਉਦੋਂ ਕੀ ਹੋਏਗਾ? ਮੇਰੀ ਉੱਚੇ ਨਾਲ ਸਾਂਝ ਬਣ ਜਾਏਗੀ, ਮੈਂ ਉੱਚੇ ਤੱਕ ਪਹੁੰਚ ਜਾਵਾਂਗਾ। ਨਵ ਘਰ ਥਾਪ, ਮਹਿਲ ਘਰ ਉੱਚੋ, ਨਿਜ ਘਰ ਵਾਸ ਮੁਰਾਰੇ। ਫਿਰ ਮੇਰੇ ਨਿੱਜੀ ਘਰ ਦੇ ਵਿੱਚ ਵਾਸ ਹੋਏਗਾ। ਉਹ ਜੀਵ ਇਸਤਰੀ ਜਿਨੇ ਆਪਣੇ ਇੰਦਰੀਆਂ ਨੂੰ ਜੁਗਤੀ ਵਿੱਚ ਟਿਕਾ ਲਿਆ, ਆਪਣੇ ਅਧੀਨ ਕਰ ਲਿਆ, ਨੀਵੀਂ ਸੋਚ ਤੋਂ ਉੱਚੀ ਸੋਚ ਕਰ ਲਈ, ਉਹ ਪ੍ਰਭੂ ਦੇ ਘਰ ਦਾ ਟਿਕਾਣਾ ਮੱਲ ਲੈਂਦੀ ਹੈ, ਉਹ ਪ੍ਰਭੂ ਦੇ ਘਰ ਪ੍ਰਵਾਨ ਹੋ ਜਾਂਦੀ ਹੈ। ਇਹ ਅਸੀਂ 52 ਅੱਖਰੀ ਦੇ ਵਿੱਚ ਵੀ ਵਿਚਾਰ ਪੜ੍ਹ ਕੇ ਗਏ ਹਾਂ। ਧੱਦਾ ਅਰਧੈ ਉਰਦ ਨਵੇਰਾ, ਅਰਧੈ ਉਰਦੈ ਮੰਝ ਬਸੇਰਾ, ਅਰਧੈ ਛਾੜ ਉਰਦ ਜੋ ਆਵਾ। ਜੋ ਨੀਵੀਂ ਸੋਚ ਛੱਡ ਕੇ ਉੱਚੀ ਸੋਚ ਵਿੱਚ ਆ ਜਾਂਦਾ ਹੈ, ਜਿਹੜਾ ਮਾਇਆ ਵਾਲੀ, ਪਦਾਰਥ ਵਾਲੀ, ਵਿਕਾਰਾਂ ਵਾਲੀ ਸੋਚ ਛੱਡ ਕੇ ਗੁਣਾ ਵਾਲੀ ਉੱਚੀ ਸੋਚ ਵਿੱਚ ਪਹੁੰਚਦਾ ਹੈ। ਅਰਧੈ ਛਾੜ ਉਰਦ ਜੋ ਆਵਾ, ਤੋਂ ਅਰਧੈ ਉਰਦ ਮਿਲਿਆ ਸੁਖ ਪਾਵਾ। ਫਿਰ ਉਹ ਅਰਧੈ ਨੀਵਾਂ ਜਿਹੜਾ ਹੈ ਨਾ, ਉੱਚੇ ਨੂੰ ਮਿਲ ਕੇ ਉੱਚੇ ਦਾ ਰੂਪ ਹੋ ਜਾਂਦਾ, ਫਿਰ ਸੁਖੀ ਹੋ ਜਾਂਦਾ ਹੈ।
ਜਦੋਂ ਕੋਈ ਨੀਵੀਂ ਸੋਚ ਨੂੰ ਛੱਡ ਕੇ ਉੱਚੀ ਸੋਚ ਧਾਰਨ ਕਰਦਾ ਹੈ, ਉਹ ਉੱਚੀ ਦਾ ਰੂਪ ਹੋ ਜਾਂਦਾ ਹੈ। ਇਸੇ ਵਚਨ ਨੂੰ ਅੱਜ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ। ਨਵ ਘਰ ਥਾਪ ਮਹਿਲ ਕਰ ਉੱਚੋ। ਫਿਰ ਕੀ ਹੁੰਦਾ ਹੈ? ਨਿਜ ਘਰ ਵਾਸ ਮੁਰਾਰੇ। ਉਹਦਾ ਵਾਸ ਨਿਜ ਘਰ ਪ੍ਰਭੂ ਦੇ ਘਰ ਵਿੱਚ ਹੋ ਜਾਂਦਾ ਹੈ। ਪ੍ਰਭੂ ਦੇ ਉੱਚੇ ਟਿਕਾਣੇ ਦੇ ਵਿੱਚ ਉਹ ਜੀਵ ਆ ਕੇ ਟਿਕ ਜਾਂਦਾ ਹੈ, ਪ੍ਰਭੂ ਦੇ ਸਰੂਪ ਦੇ ਵਿੱਚ ਟਿਕ ਜਾਂਦਾ ਹੈ। ਨਿਜ ਘਰ ਜਿਹੜਾ ਪ੍ਰਭੂ ਦਾ ਨਿੱਜੀ ਸਰੂਪ ਹੈ, ਨਿਜ ਘਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸ ਬਾਸੁਰ ਰੰਗ ਰਾਵੈ। ਸਭ ਤੇਰੀ ਹੈ ਪ੍ਰਭੂ, ਸਾਰੀ ਸ੍ਰਿਸ਼ਟੀ ਤੇਰੀ ਹੈ। ਤੂੰ ਮੇਰਾ ਪ੍ਰੀਤਮ, ਸਾਰੀ ਸ੍ਰਿਸ਼ਟੀ ਤੇਰੀ ਹੈ। ਤੂੰ ਹੀ ਰਚੀ ਹੋਈ ਹੈ, ਸਾਰਿਆਂ ਚ ਤੂੰ ਹੀ ਸਮਾਇਆ ਹੋਇਆ ਹੈ। ਸਾਰੀ ਸ੍ਰਿਸ਼ਟੀ ਤੇਰੇ ਨਿਯਮਾਂ ਅਧੀਨ ਚੱਲ ਰਹੀ ਹੈ। ਤੇਰੀ ਸ੍ਰਿਸ਼ਟੀ ਦੇ ਨਿਯਮਾਂ ਚ ਤੇਰੇ ਤੋਂ ਬਿਨਾਂ ਕੋਈ ਹੁਕਮ ਚਲਾਉਣ ਵਾਲਾ ਨਹੀਂ, ਕਿਉਂਕਿ ਤੇਰੀ ਹੈ ਨਾ ਸ੍ਰਿਸ਼ਟੀ। ਕੋਈ ਆਦਮੀ ਭਾਵੇਂ ਕਿੰਨਾ ਹੀ ਅਮੀਰ ਕਿਉਂ ਨਾ ਹੋਵੇ, ਕਿੰਨਾ ਬਲਸ਼ਾਲੀ ਕਿਉਂ ਨਾ ਹੋਵੇ, ਤਾਕਤਵਰ ਕਿਉਂ ਨਾ ਹੋਵੇ, ਤੇਰੀ ਸ੍ਰਿਸ਼ਟੀ ਤੇ ਆਪਣਾ ਹੁਕਮ ਨਹੀਂ ਚਲਾ ਸਕਦਾ। ਕੋਈ ਸੂਰਜ ਨੂੰ ਇਹ ਨਹੀਂ ਕਹਿ ਸਕਦਾ ਤੂੰ ਘੰਟਾ ਲੇਟ ਚੜੀ, ਮੈਂ ਘੰਟਾ ਹੋਰ ਆਰਾਮ ਕਰ ਲਵਾਂ। ਕੋਈ ਰਾਤ ਨੂੰ ਇਹ ਨਹੀਂ ਕਹਿ ਸਕਦਾ ਤੂੰ ਜਲਦੀ ਆ ਜਾਏ, ਮੈਂ ਜ਼ਿਆਦਾ ਆਰਾਮ ਕਰਨਾ ਹੈ। ਕੋਈ ਜ਼ਮੀਨ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ 10 ਕਰੋੜ ਰੁਪਏ ਦਿੰਦਾ, ਮੈਂ ਕਣਕ ਬੀਜਾਂਗਾ, ਤੂੰ ਮੈਨੂੰ ਬਦਾਮ ਦੇ ਦੇਂਗੀ। ਕੋਈ ਅੱਗ ਨੂੰ ਇਹ ਨਹੀਂ ਕਹਿ ਸਕਦਾ ਤੂੰ ਸਾੜ ਨਾ। ਕੋਈ ਦਿਨ ਰਾਤ ਨੂੰ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਆਕਸੀਜਨ ਤੋਂ ਬਿਨਾਂ ਜਿੰਦਾ ਰਹਿ ਕੇ ਦਿਖਾਵਾਂਗਾ, ਮੈਂ ਕੁਦਰਤ ਦੇ ਨਿਯਮਾਂ ਨੂੰ ਤੋੜ ਕੇ ਦਿਖਾਵਾਂਗਾ। ਨਹੀਂ, ਉਹਦੇ ਨਿਯਮਾਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਹੈ, ਤੂੰ ਤੋੜ ਨਹੀਂ ਸਕਦਾ। ਇਸ ਕਰਕੇ ਸਭ ਤੇਰੀ, ਆ ਜਿੰਨੀ ਸ੍ਰਿਸ਼ਟੀ ਸਾਰੀ ਤੇਰੀ, ਤੇਰੇ ਹੁਕਮਾਂ ਚ, ਤੇਰੇ ਨਿਯਮਾਂ ਚ ਚੱਲ ਰਹੀ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਨਖ ਤੇਰੀਆਓ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦਬੀ ਪਾਰ। ਇਹ ਸਾਰੇ ਤੇਰੇ ਹੁਕਮਾਂ ਚ ਬੰਨੇ ਹੋਏ ਨੇ। ਸਾਰੀ ਸ੍ਰਿਸ਼ਟੀ ਤੇਰੇ ਹੁਕਮਾਂ ਦੇ ਵਿੱਚ ਬੰਨੀ ਹੋਈ, ਤੇਰੇ ਹੁਕਮ ਦੇ ਸੂਤਰ ਚ ਪਰੋਤੀ ਹੋਈ ਹੈ। ਸਭ ਤੇਰੀ, ਤੂੰ ਮੇਰਾ ਪ੍ਰੀਤਮ। हे ਪ੍ਰੀਤਮ, ਤੂੰ ਮੇਰਾ ਹੈ, ਮੈਂ ਤੇਰੇ ਅਧੀਨ ਹਾਂ। ਤੂੰ ਮੇਰਾ ਹੈ, ਮੈਂ ਆਪਣੇ ਆਪ ਨੂੰ ਤੇਰੇ ਅੱਗੇ ਸਮਰਪਿਤ ਕਰ ਦਿੱਤਾ ਹੈ। ਤੇ ਜੇ ਤੂੰ ਮੇਰਾ ਹੋ ਗਿਆ, ਜਿਹੜੀ ਚੀਜ਼ ਤੇਰੀ ਆ ਫਿਰ ਮੇਰੀ ਹੋ ਗਈ। ਹਾਂ ਤੇਰਾ ਤਾਂ ਸਭ ਕੁਛ ਮੇਰਾ। ਜੇ ਮੈਂ ਤੇਰਾ ਵਾਂ ਤੇ ਤੇਰੀ ਸਾਰੀ ਚੀਜ਼ ਮੇਰੀ ਹੋ ਗਈ ਨਾ। ਤੂੰ ਮੇਰਾ ਪ੍ਰੀਤਮ, ਤੂੰ ਮੇਰਾ ਪ੍ਰੀਤਮ ਹੈ, ਤੂੰ ਮੇਰਾ ਇੱਕੋ ਇੱਕ ਆਸਰਾ ਹੈ। ਤੂੰ ਹੀ ਤੇ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ। ਹੋਰ ਮੇਰਾ ਕਿਹੜਾ ਪ੍ਰੀਤਮ ਹੋ ਸਕਦਾ ਹੈ? ਮੇਰਾ ਪ੍ਰੀਤਮ ਪਤੀ ਤੂੰ ਹੈ, ਜਿਹੜਾ ਸਾਰੇ ਸੁੱਖ ਮੈਨੂੰ ਲਿਆ ਕੇ ਦਿੰਦਾ। ਤੂੰ ਮੇਰਾ ਉਹ ਪਤੀ ਪ੍ਰੀਤਮ ਹੈ ਜਿਹੜਾ ਮੇਰੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ, ਮੇਰੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ। ਤੂੰ ਹੀ ਤੇ ਸਭ ਦਾਤਾਂ ਦੇਣ ਵਾਲਾ ਹੈ। ਹੁਣ ਕੋਈ ਜੀਵ ਇਸਤਰੀ ਪ੍ਰਭੂ ਪ੍ਰੀਤਮ ਤੋਂ, ਆਪਣੇ ਪਤੀ ਤੋਂ ਸਾਰੇ ਸੁੱਖ ਤੇ ਲੈਂਦੀ ਹੋਵੇ, ਪਰ ਉਹਦਾ ਧੰਨਵਾਦ ਨਾ ਕਰੇ, ਫਿਰ ਕੁਚੱਜੀ ਹੋਈ ਨਾ। ਮਨ ਕੁਚੱਜੀ ਹਮਾਵਨ ਡੋਸੜੇ, ਹੁਣ ਕਿਉਂ ਸ਼ਹਿਰਾਵਣ ਜਾਓ ਜੀਓ, ਇੱਕ ਦੋ ਇੱਕ ਝੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ। ਇਹਦੇ ਵਿੱਚ ਅੱਗੇ ਚੱਲ ਕੇ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੁਣ ਇੰਨੀ ਟੋਲੀ ਭੁੱਲੀ ਇਸ ਕੰਤ ਨਾ ਬੈਠੀ ਪਾਸ ਜੀਓ। ਦੁਨੀਆ ਭਰ ਦੇ ਸੁੱਖ ਤੇ ਹਾਸਲ ਕਰ ਲਏ, ਪਰ ਸੁੱਖਾਂ ਨੂੰ ਲੈ ਕੇ ਮੈਂ ਆਪਣੇ ਕੰਨ, ਆਪਣੇ ਪ੍ਰਭੂ, ਆਪਣੇ ਪ੍ਰੀਤਮ ਦੇ ਕੋਲ ਜਾ ਕੇ ਬੈਠੀ ਨਹੀਂ, ਮੈਂ ਉਹਦੇ ਤੋਂ ਦੂਰ ਰਹੀ। ਬੜਾ ਪਿਆਰਾ ਸ਼ਬਦ ਹੈ। ਕਿੰਨੇ ਖਜ਼ਾਨੇ ਉਹਨੇ ਦਿੱਤੇ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਵਲਾਇਆ ਚਿੱਤ ਜੀਓ। ਪ੍ਰਭੂ ਪ੍ਰੀਤਮ ਨੇ ਤੇ ਸਾਰੀਆਂ ਚੀਜ਼ਾਂ ਮੈਨੂੰ ਦਿੱਤੀਆਂ, ਪਰ ਮੈਂ ਪ੍ਰੀਤਮ ਨੂੰ ਭੁੱਲ ਗਈ, ਉਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਮੈਂ ਉਹਨਾਂ ਪੱਥਰਾਂ ਨੂੰ ਕੀਮਤੀ ਸਮਝ ਬੈਠੀ। ਹੁਣ ਇੰਨੀ ਟੋਲੀ ਭੁੱਲੀਸ, ਇਹਨਾਂ ਅਡੰਬਰਾਂ ਚ ਮੈਂ ਭੁੱਲ ਗਈ, ਇਸ ਕੰਤ ਨਾਲ ਬੈਠੀ ਪਾਸ ਜੀਓ। ਉਸ ਕੰਤ ਕੋਲ ਬੈਠੀ ਜਿਹਨੇ ਸਾਰੀਆਂ ਚੀਜ਼ਾਂ ਦਿੱਤੀਆਂ, ਜਿਹੜਾ ਮੇਰਾ ਪ੍ਰੀਤਮ ਸੀ, ਜਿਹਨੇ ਸਾਰੇ ਸੁੱਖ ਦਿੱਤੇ, ਉਹਦੇ ਕੋਲ ਮੈਂ ਬੈਠੀ ਨਹੀਂ। हे ਪ੍ਰਭੂ, ਤੂੰ ਮੇਰਾ ਪ੍ਰੀਤਮ, ਸਾਰਾ ਕੁਝ ਤੂੰ ਹੀ ਦੇਣ ਵਾਲਾ ਹੈ। ਇਹ ਗੱਲ ਵੱਖਰੀ, ਅਸੀਂ ਉਸ ਦਾਤੇ ਨੂੰ ਭੁੱਲ ਗਏ ਹਾਂ। ਦਾਤ ਪਿਆਰੀ ਵਿਸਰਿਆ ਦਾਤਾ। ਮਨਮੁਖ ਹੈ ਕੌਣ? ਉਸੇ ਨੂੰ ਮਨਮੁਖ ਕਹਿੰਦੇ ਨੇ ਜਿਹੜਾ ਦਾਤ ਨੂੰ ਤੇ ਪਿਆਰ ਕਰਦਾ ਹੈ, ਦਾਤੇ ਨੂੰ ਭੁੱਲ ਜਾਂਦਾ ਹੈ। ਉਹਦਾ ਨਾਮ ਹੈ ਮਨਮੁਖ। ਦਿੰਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀ ਹੈ। ਉਹ ਹੈ ਮਨਮੁਖ, ਦੇਣ ਵਾਲੇ ਦੇ ਨਾਲੋਂ, ਦਿੰਦੇ ਥਾਵੋ ਮੈਨੇ ਜਿਹਨੇ ਦਿੱਤਾ ਹੈ, ਉਸ ਦਾਤੇ ਦੇ ਨਾਲੋਂ ਦਿੱਤਾ ਚੰਗਾ। ਜਿਹੜੀ ਦਾਤ ਹੈ ਉਹ ਦਿੱਤੀ ਹੋਈ, ਉਹ ਬੜੀ ਚੰਗੀ ਲੱਗਦੀ ਹੈ। ਮਨਮੁਖ ਐਸਾ ਜਾਣੀਏ, ਐਸਾ ਹੈ ਮਨਮੁਖ ਜਿਹਨੂੰ ਦਾਤਾ ਨਹੀਂ, ਦਾਨ ਬੜਾ ਵਧੀਆ ਲੱਗਦਾ। ਔਰ ਸਾਡੇ ਆਮ ਜ਼ਿੰਦਗੀ ਵਿੱਚ ਅਸੀਂ ਕਰਦੇ ਹਾਂ, ਔਰ ਇਹ ਚੀਜ਼ਾਂ ਅਸੀਂ ਆਪਣੇ ਘਰਾਂ 'ਚ ਅਪਲਾਈ ਕਰਕੇ ਦੇਖੀਏ।
ਜੋ ਕੋਈ ਸਾਨੂੰ ਸੁੱਖ ਲਿਆ ਕੇ ਦਿੰਦਾ ਉਹ ਸਾਨੂੰ ਚੰਗਾ ਨਹੀਂ ਲੱਗਦਾ, ਪਰ ਸਾਨੂੰ ਉਹਦੇ ਦਿੱਤੇ ਸੁੱਖ ਬੜੇ ਚੰਗੇ ਲੱਗਦੇ ਨੇ। ਮੈਂ ਤੁਹਾਡੇ ਘਰ ਆਵਾਂ, ਤੁਹਾਨੂੰ ਆਈਪੈਡ ਗਿਫਟ ਕਰਾਂ ਵੀ ਆਹ ਦੇਖੋ ਤੁਹਾਡੇ ਵਾਸਤੇ ਆਈਪੈਡ ਲੈ ਕੇ ਆਂਦਾ, ਤੇ ਤੁਸੀਂ ਫਟਾਫਟ ਆਈਪੈਡ ਖੋਲ ਲਵੋ, ਉਹਦੇ ਵਿੱਚ ਗੇਮ ਡਾਊਨਲੋਡ ਕਰੋ ਤੇ ਗੇਮ ਖੇਡਣ ਬਹਿ ਜਾਓ, ਮੈਨੂੰ ਤੁਸੀਂ ਪਾਣੀ ਵੀ ਨਾ ਪੁੱਛੋ। ਹੋ ਗਿਆ ਨਾ, ਦਿੰਦੇ ਥਾਮੋ ਦਿੱਤਾ ਚੰਗਾ। ਦੇਣ ਵਾਲਿਆਂ ਨੂੰ ਦਾਤ ਬੜੀ ਚੰਗੀ ਹੈ, ਦੇਣ ਵਾਲੇ ਨੂੰ ਚਾਹ ਵੀ ਨਹੀਂ ਪੁੱਛੀ, ਪਾਣੀ ਵੀ ਨਹੀਂ ਪੁੱਛਿਆ, ਪਰ ਦਾਤ ਆਈਪੈਡ ਖੋਲ ਕੇ ਗੇਮਾਂ ਖੇਡਣ ਲੱਗ ਗਏ। ਇਹਨੂੰ ਕਹਿੰਦੇ ਨੇ ਦਿੰਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਇਹ ਮਨਮੁਖਤਾ ਹੀ ਹੈ। ਸਾਡੇ ਘਰਾਂ ਪਰਿਵਾਰਾਂ ਵਿੱਚ ਜੇ ਗੁਰਬਾਣੀ ਲਾਗੂ ਹੁੰਦੀ ਤੇ ਮਨਮੁਖਤਾ ਹੀ ਨਹੀਂ ਸੀ ਹੋਣੀ, ਪਰ ਸਾਡੇ ਘਰਾਂ 'ਚ ਮਨਮੁਖਤਾ ਹੀ ਚੱਲ ਰਹੀ ਹੈ। ਦਾਦੀ ਜਿਹੜੀ ਹੈ ਪੋਤੇ ਨੂੰ ਖਿਡਾਉਂਦੀ ਹੈ, ਪੋਤੇ ਦਾ ਮੱਥਾ ਚੁੰਮਦੀ, ਉਹਨੂੰ ਪਿਆਰ ਕਰਦੀ ਹੈ, ਚੂਰੀਆਂ ਕੁੱਟ-ਕੁੱਟ ਕੇ ਪੋਤੇ ਦੇ ਮੂੰਹ ਵਿੱਚ ਪਾਉਂਦੀ ਹੈ। ਪੋਤਾ ਅੱਗੇ ਅੱਗੇ ਭੱਜਿਆ ਜਾਂਦਾ, ਦਾਦੀ ਪਿੱਛੇ ਪਿੱਛੇ ਦੌੜੀ ਚਲੀ ਜਾਂਦੀ ਹੈ, ਪੋਤੇ ਨੂੰ ਫੜ ਕੇ ਲੈ ਕੇ ਆਉਂਦੀ ਹੈ, ਉਹਨੂੰ ਫਿਰ ਖਿਡਾਉਂਦੀ ਹੈ। ਦਾਦੀ ਦਾ ਹੱਕ ਹੈ ਆਪਣੇ ਪੋਤੇ ਤੇ, ਫਰਜ਼ ਵੀ ਹੈ, ਉਹ ਪੋਤੇ ਨੂੰ ਖਿਡਾਉਂਦੀ ਹੈ। ਪੋਤਾ ਬੜਾ ਪਿਆਰਾ ਲੱਗਦਾ ਦਾਦੀ ਨੂੰ, ਪਰ ਜਿੰਨੇ ਪੋਤਾ ਦਿੱਤਾ ਹੈ ਨਾ, ਉਹ ਨੂੰਹ ਨੂੰ ਕਹਾਣੀ ਅੱਖ ਨਹੀਂ ਸੁਖਾਉਂਦੀ। ਪਤਾ ਨਹੀਂ ਕਿਹੜੇ ਕਿਹੜੇ ਖਾਨਦਾਨ ਦੀ ਸਾਡੇ ਘਰ ਆ ਗਈ, ਨੂੰਹ ਨਹੀਂ ਚੰਗੀ ਲੱਗਦੀ। ਜਿਸ ਨੂੰਹ ਨੇ ਪੋਤਾ ਦਿੱਤਾ, ਪੋਤਾ ਤੇ ਬੜਾ ਪਿਆਰ ਹੈ, ਪਰ ਜਿਸ ਨੂੰਹ ਨੇ ਦਿੱਤਾ ਉਹ ਨੂੰਹ ਚੰਗੀ ਨਹੀਂ ਹੈ। ਇਹਨੂੰ ਕਹਿੰਦੇ ਨੇ ਦਿੰਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਇਹ ਮਨਮੁਖਤਾ ਹੀ ਸਾਡੇ ਘਰਾਂ ਦੇ ਵਿੱਚ ਆ ਗਈ, ਸ਼ੁਕਰਾਨੇ ਦੀ ਭਾਵਨਾ ਖਤਮ ਹੋ ਗਈ। ਪਤਨੀ ਜਿਹੜੀ ਹੈ ਪਤੀ ਨੂੰ ਬਹੁਤ ਪਿਆਰ ਕਰਦੀ ਹੈ, ਪਤੀ ਦੇ ਨਾਲ ਰਹਿਣਾ ਚਾਹੁੰਦੀ ਹੈ, ਪਤੀ ਨਾਲ ਭੋਜਨ ਕਰਨਾ ਚਾਹੁੰਦੀ ਹੈ, ਚਾਹੁੰਦੀ ਵੀ ਇਕੱਠੇ ਅਸੀਂ ਬਾਹਰ ਘੁੰਮਣ ਵਾਸਤੇ ਜਾਈਏ, ਇਕੱਠੇ ਰੈਸਟੋਰੈਂਟ 'ਚ ਖਾਣਾ ਖਾਣ ਜਾਈਏ, ਇਕੱਠੇ ਪਾਰਕ ਦੀ ਜਾ ਕੇ ਸੈਰ ਕਰੀਏ, ਮੈਂ ਹਮੇਸ਼ਾ ਪਤੀ ਦੇ ਨਾਲ ਰਵਾਂ, ਪਤੀ ਮੇਰੇ ਨਾਲ ਰਹੇ। ਪਤਨੀ ਦਾ ਪਤੀ ਨਾਲ ਤੇ ਬੜਾ ਪਿਆਰ ਹੈ, ਪਰ ਜਿਹਨੇ ਪਤੀ ਦਿੱਤਾ ਹੈ ਨਾ, ਉਹ ਸੱਸ ਕਹਾਣੀ ਆਖ ਨਹੀਂ ਸੁਖਾਉਂਦੀ। ਕਦੋਂ ਇਹ ਬੁੱਢੀ ਮਰੇ ਤੇ ਸਾਡਾ ਕਮਰਾ ਖਾਲੀ ਕਰੇ। ਜਿਸ ਸੱਸ ਨੇ ਪਤੀ ਦਿੱਤਾ, ਪਤੀ ਤੇ ਚੰਗਾ ਲੱਗਦਾ, ਸੱਸ ਨਹੀਂ ਚੰਗੀ ਲੱਗਦੀ। ਇਹਨੂੰ ਕਹਿੰਦੇ ਨੇ ਦਿੰਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀ ਹੈ। ਦੇਣ ਵਾਲੇ ਨਾਲੋਂ ਦਿੱਤੀ ਦਾਤ ਬੜੀ ਚੰਗੀ ਲੱਗਦੀ। ਸਾਡੇ ਘਰਾਂ 'ਚ ਸ਼ੁਕਰਾਨਾ ਹੁੰਦਾ ਤੇ ਇਹ ਮਨਮੁਖਤਾ ਹੀ ਨਹੀਂ ਸੀ ਆਣੀ। ਤੇ ਪ੍ਰਭੂ ਤੂੰ ਹੀ ਤੇ ਸਭ ਕੁਝ ਮੈਨੂੰ ਦੇਣ ਵਾਲਾ ਹੈ, ਸਾਰੀ ਸ੍ਰਿਸ਼ਟੀ ਤੇਰੇ ਨਿਯਮਾਂ 'ਚ ਤੇਰੀ ਰਚੀ ਹੋਈ ਹੈ, ਤੂੰ ਹੀ ਪੈਦਾ ਕੀਤੀ ਹੈ, ਤੇਰੇ ਹੁਕਮ 'ਚ ਚੱਲਦੀ ਹੈ, ਤੇ ਤੂੰ ਮੇਰਾ ਪਤੀ ਹੈ, ਤੂੰ ਮੇਰਾ ਪ੍ਰੀਤਮ ਹੈ, ਮੈਨੂੰ ਸੁੱਖ ਦਾਤਾ ਦੇਣ ਵਾਲਾ ਤੂੰ ਹੈ, ਸਭ ਤੇਰੀ ਤੂੰ ਮੇਰਾ ਪ੍ਰੀਤਮ। ਨਿਸ ਬਾਸੁਰ ਰੰਗ ਰਾਵੈ, ਤੇ ਜਦੋਂ ਕਹਿੰਦੀ ਨਾ ਤੂੰ ਹੀ ਮੇਰਾ ਪ੍ਰੀਤਮ ਸੁੱਖ ਦੇਣ ਵਾਲਾ ਹੈ, ਫਿਰ ਉਹ ਜੀਵ ਇਸਤਰੀ ਦਿਨ ਰਾਤ ਰੱਬੀ ਪ੍ਰੇਮ ਨੂੰ ਮਾਣਦੀ ਹੈ। ਨਿਸ ਮੈਨੇ ਰਾਤ, ਬਾਸੁਰ ਮੈਨੇ ਦਿਨ, ਦਿਨ ਰਾਤ। ਰੰਗ ਦਾ ਮਤਲਬ ਹੈ ਪਿਆਰ, ਪਿਆਰ ਦੇ ਵਿੱਚ ਭਿੱਜ ਕੇ ਰਾਵੈ ਉਸ ਪਤੀ ਨੂੰ ਮਾਣਦੀ ਹੈ। ਨਿਸ ਬਾਸੁਰ ਰੰਗ ਰਾਵੈ, ਭਾਵ ਦਿਨ ਰਾਤ। ਕਿਵੇਂ? ਦਿਨ ਰਾਤ ਪ੍ਰਭੂ ਦੇ ਪਿਆਰ ਨੂੰ ਮੰਨਣ ਦਾ ਭਾਵ ਦਿਨ ਰਾਤ ਪ੍ਰਭੂ ਦੇ ਗੁਣਾਂ ਨਾਲ ਸਾਂਝ ਪਾਈ ਰੱਖਣੀ, ਭਾਵੇਂ ਦਿਨ ਭਾਵੇਂ ਰਾਤ ਸੱਚ ਨਾਲ ਜੁੜੇ ਰਹਿਣਾ, ਪ੍ਰੇਮ ਨਾਲ ਭਰੇ ਰਹਿਣਾ, ਮਿੱਠੇ ਬੋਲ ਬੋਲਣੇ, ਦਿਨ ਰਾਤ ਸ਼ੁਭ ਕਰਮ ਕਰਨੇ, ਇਮਾਨਦਾਰੀ ਦੀ ਜ਼ਿੰਦਗੀ ਜੀਣੀ, ਨਿਰਵੈਰਤਾ ਵਿੱਚ ਰਹਿਣਾ, ਨਿਰਭੈਤਾ ਵਿੱਚ ਰਹਿਣਾ, ਰੱਬੀ ਗੁਣਾਂ ਨੂੰ ਧਾਰਨ ਕਰੀ ਰੱਖਣਾ। ਇਹਨੂੰ ਕਹਿੰਦੇ ਨੇ ਨਿਸਬਾਸੁਰ ਰੰਗ ਰਾਵੈ। ਦਿਨ ਰਾਤ ਉਹ ਰੱਬੀ ਪਿਆਰ ਨੂੰ ਮਾਣਦੀ ਹੈ, ਰੱਬੀ ਗੁਣਾਂ ਦੇ ਵਿੱਚ ਪਿਆਰ ਕਰਦੀ ਹੈ, ਰੱਬੀ ਪ੍ਰੇਮ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੀ ਹੈ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸ ਬਾਸੁਰ ਰੰਗ ਰਾਵੈ। ਨਾਨਕ ਪ੍ਰਿਓ ਪ੍ਰਿਓ ਚਵੈ ਬਦੀਹਾ, ਕੋਕਿਲ ਸ਼ਬਦ ਸੁਹਾਵੈ। हे ਨਾਨਕ ਪ੍ਰਿਓ ਪ੍ਰਿਓ ਚਵੈ ਬਪੀਹਾ, ਪਪੀਹਾ ਜਿਹੜਾ ਉਹ ਪ੍ਰਿਓ ਪ੍ਰਿਓ ਕਰ ਰਿਹਾ, ਸਵੰਤੀ ਨਛੱਤਰ ਦੇ ਵਿੱਚ ਬੂੰਦ ਨੂੰ ਚਾਹੁੰਦਾ ਹੈ। ਉਹਦੀ ਪੁਕਾਰ, ਉਹਦਾ ਏਮ, ਉਹਦਾ ਗੋਲ, ਉਹਦਾ ਨਿਸ਼ਾਨਾ ਕੇਵਲ ਇੱਕ ਸਵੰਤੀ ਬੂੰਦ ਹੈ। ਇਹ ਬੂੰਦ ਮਿਲ ਜਾਏ, ਮੈਨੂੰ ਆਤਮਿਕ ਤ੍ਰਿਪਤੀ ਮਿਲ ਜਾਏ। ਕੋਕਿਲ, ਜਿਵੇਂ ਕੋਇਲ ਨੂੰ ਅੰਬ ਨਾਲ ਪਿਆਰ ਹੈ, ਅੰਬ ਮਿਲ ਜਾਏ। ਜਿਵੇਂ ਬਪੀਹਾ ਮਿੱਠੇ ਬੋਲ ਬੋਲਦਾ ਹੈ, ਕੋਇਲ ਮਿੱਠੇ ਬੋਲ ਬੋਲਦੀ ਹੈ। ਸ਼ਬਦ ਸੁਹਾਵੇ, ਮੈਨੂੰ ਵੀ ਇਸ ਤਰ੍ਹਾਂ ਸ਼ਬਦ ਚੰਗਾ ਲੱਗਦਾ ਹੈ। ਉਸ ਜੀਵ ਇਸਤਰੀ ਨੂੰ ਉਸੇ ਤਰ੍ਹਾਂ ਸ਼ਬਦ ਚੰਗਾ ਲੱਗਦਾ ਹੈ ਜਿਵੇਂ ਪਪੀਹਾ ਪ੍ਰਿਓ ਪ੍ਰਿਓ ਬੋਲਦਾ ਹੈ, ਸਵੰਤੀ ਬੂੰਦ ਹਾਸਲ ਕਰਕੇ ਖੁਸ਼ ਹੁੰਦਾ ਹੈ, ਕੋਇਲ ਅੰਬ ਨੂੰ ਹਾਸਲ ਕਰਕੇ ਮਿੱਠਾ ਬੋਲਦੀ ਹੈ। ਉਸੇ ਤਰ੍ਹਾਂ ਜੀਵ ਇਸਤਰੀ ਨੂੰ ਗੁਰੂ ਦਾ ਸ਼ਬਦ ਚੰਗਾ ਲੱਗਦਾ ਹੈ, ਗੁਰੂ ਦੇ ਸ਼ਬਦ ਰਾਹੀਂ ਉਹਨੂੰ ਰੱਬ ਚੰਗਾ ਲੱਗਦਾ ਹੈ, ਸ਼ਬਦ ਦੇ ਰਾਹੀਂ ਰੱਬ ਉਹਨੂੰ ਸੁਹਾਂਦਾ ਹੈ। ਉਹ ਵੀ ਜ਼ੁਬਾਨ ਤੋਂ ਫਿਰ ਮਿੱਠੇ ਬੋਲ ਬੋਲਦੀ ਹੈ, ਰੱਬੀ ਪਿਆਰ ਦੇ ਬੋਲ ਬੋਲਦੀ ਹੈ। ਉਹਦੀ ਜ਼ਿੰਦਗੀ ਵਿੱਚ ਵੀ ਸ਼ੁਭ ਗੁਣ ਆ ਜਾਂਦੇ ਨੇ, ਉਹਦੇ ਮਨ ਦੇ ਵਿੱਚ ਸੋਚ ਸੱਚੀ ਹੋ ਜਾਂਦੀ ਹੈ।
ਉਹਦੇ ਬੋਲ ਮਿੱਠੇ ਹੋ ਜਾਂਦੇ ਨੇ, ਉਹਦਾ ਵਿਹਾਰ ਸ਼ੁਭ ਹੋ ਜਾਂਦਾ ਹੈ। ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ, ਕੋਕਿਲ ਸ਼ਬਦ ਸੁਹਾਵੈ। ਤੇ ਨਾਨਕ, ਜਿਵੇਂ ਪਪੀਹਾ ਪ੍ਰੇਮ ਦੇ ਵਿੱਚ ਪ੍ਰਿਓ ਪ੍ਰਿਓ ਪੁਕਾਰਦਾ ਹੈ, ਜਿਵੇਂ ਕੋਇਲ ਮਿੱਠੇ ਸ਼ਬਦ ਗਾਉਂਦੀ ਹੈ, ਮੈਨੂੰ ਵੀ ਗੁਰੂ ਦੇ ਮਿੱਠੇ ਸ਼ਬਦ ਰਾਹੀਂ ਰੱਬ ਬੜਾ ਸੋਹਣਾ ਲੱਗਦਾ ਹੈ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਮੈਨੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੀ ਜੀਵਨ ਦਿੱਤੀ ਹੋਈ ਜੀਵਨ ਜੁਗਤ ਦੇ ਰਾਹੀਂ ਰੱਬ ਸੋਹਣਾ ਲੱਗਣ ਲੱਗ ਜਾਂਦਾ ਹੈ, ਉਹ ਪ੍ਰਭੂ ਸੁਹਾਵਾ ਲੱਗਦਾ ਹੈ। ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਕੇ ਸਫਲ ਕਰ ਸਕੀਏ। ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਭੁੱਲਾਂ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।